ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਸਿਮਰਾਂ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ। ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਵ। ਗੁਰ ਅਰਜਨ ਵਿਗਨ ਨ ਕੇ ਨਾਸ਼ਕ ਵਿਗਨ ਨ ਕੇ ਨਾਸ਼। ਸ਼੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਤਰ ਪੁਨ ਪੁਨ ਸੀਸਾ ਜੀ। ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅੰਤ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਜਾਮ ਦਿਵਸ ਜਬ ਰਹਿਓ ਨਿਹਾਰੇ ਸ੍ਰੀ ਹਰਿ ਗੋਬਿੰਦ ਤਹਾਂ ਸਿਧਾਰੇ। ਸ਼ੋਭਤ ਪਤਰ ਸਾਥ ਹਰਿ ਰਾਏ ਹਾਥ ਕਹੇ ਮ੍ਰਿਦ ਪਹੁੰਚੇ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਏਕ ਮਾਲ, ਵਾਲੀਏ ਕੁਲ ਆਲਮ, ਪਤਿਤ ਪਾਵਨ ਭਗਤ ਵਸ਼ਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ, ਗਿਆਨ ਦੇ ਮੁਜੱਸਮੇ, ਕਲਯੁਗੀ ਜੀਵਾਂ ਨੂੰ ਤਾਰਨਹਾਰੇ, ਜਗਤ ਗੁਰੂ, ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਮੁਕੱਦਸ ਪਵਿੱਤਰ ਬਾਰਗਾਹ ਅੰਦਰ, ਹਜ਼ੂਰੀ ਅੰਦਰ ਆਪ ਸਮੂਹ ਸੰਗਤ ਦੂਰ ਨੇੜੇ ਤੋਂ ਚੱਲ ਕਰਕੇ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਿਰਤਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਦਾਤਾ ਬੰਦੀ ਛੋੜ ਮੀਰੀ ਪੀਰੀ ਦੇ ਮਾਲਕ ਸੰਤ ਸਿਪਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਵਸਾਏ ਹੋਏ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਦੀ ਯਾਤਰਾ, ਦਰਸ਼ਨ ਦੀਦਾਰੇ, ਸਤ ਸੰਗਤ ਔਰ ਸੇਵਾਵਾਂ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਸਭਨਾ ਸੰਗਤਾਂ ਦੀ ਹਾਜ਼ਰੀ, ਭੇਟਾ, ਅਰਦਾਸ ਪ੍ਰਵਾਨ ਕਰਨ, ਸਭਲੀ ਕਰਨ। ਜਿੱਥੇ ਬੇਅੰਤ ਗੁਰੂ ਕੇ ਪਿਆਰੇ ਰੋਜ਼ਾਨਾ ਦੀ ਤਰ੍ਹਾਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚ ਰਹੇ ਹਨ, ਉੱਥੇ ਬਹੁਤ ਸਾਰੀਆਂ ਸੰਗਤਾਂ ਸੰਗਰਾਂਦ ਦੇ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਦੂਰ ਨੇੜੇ ਤੋਂ ਹਾਜ਼ਰੀ ਲਵਾ ਰਹੇ ਹਨ। ਸਤਿਗੁਰਾਂ ਦੇ ਭਾਣੇ ਦੇ ਵਿੱਚ ਪਿਛਲਾ ਸਾਵਣ ਦਾ ਮਹੀਨਾ ਬਤੀਤ ਹੋਇਆ ਹੈ ਔਰ ਭਾਦਰੋਂ ਦੇ ਮਹੀਨੇ ਦਾ ਅੱਜ ਆਗਾਜ਼ ਹੋਇਆ ਹੈ, ਆਰੰਭਤਾ ਹੋਈ ਹੈ। ਸਤਿਗੁਰੂ ਜੀ ਰਹਿਮਤ ਕਰਨ ਸਭਨਾ ਸੰਗਤਾਂ ਨੂੰ ਸੇਵਾ, ਸਿਮਰਨ, ਗੁਰਸਿੱਖੀ ਵਾਲਾ ਜੀਵਨ, ਤੰਦਰੁਸਤੀਆਂ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਆਪਾਂ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਾਂਗੇ। ਜੋ ਇਤਿਹਾਸ ਆਪਾਂ ਸਰਵਣ ਕਰਦੇ ਹਾਂ ਰੋਜ਼ਾਨਾ, ਅਖੀਰ ਦੇ ਵਿੱਚ ਜੋ ਸੰਗਰਾਂਦ ਦੇ ਪਰਥਾਏ, ਇਸ ਮਹੀਨੇ ਦੇ ਪਰਥਾਏ, ਜੋ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਉਸ ਦੀ ਸੰਖੇਪ ਜੀ ਵਿਚਾਰ ਸੰਗਤਾਂ ਦੇ ਵਿੱਚ ਆਪਾਂ ਸਾਂਝੀ ਕਰਾਂਗੇ। ਜੋ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਇਹ ਜਿਹੜਾ ਸਮਾਂ ਹੈ, ਇਹ ਦਿਨ ਵਾਰ ਮਹੀਨੇ ਕਿਵੇਂ ਸਫਲ ਹੁੰਦੇ ਹਨ, ਕਿਵੇਂ ਬਤੀਤ ਕਰਨੇ ਹਨ, ਗੁਰੂ ਕੇ ਚਰਨਾਂ ਦੇ ਵਿੱਚ ਆਪਾਂ ਇਹ ਸਰਵਣ ਕਰਾਂਗੇ। ਔਰ ਆਰੰਭ ਦੇ ਵਿੱਚ ਸੰਗਤਾਂ ਨੂੰ ਇੱਕ ਬੇਨਤੀ ਵੀ ਹੈ ਕਿ ਜਿੱਥੇ ਰੋਜ਼ਾਨਾ ਕਥਾ ਦੀ ਆਰੰਭਤਾ ਸ਼ਾਮ ਨੂੰ 5:30 ਵਜੇ ਹੁੰਦੀ ਹੈ, ਉੱਥੇ ਕੱਲ੍ਹ ਤੋਂ ਸਮੇਂ ਦੇ ਵਿੱਚ ਚੇਂਜ ਕੀਤੀ ਗਈ ਹੈ। ਕੱਲ੍ਹ ਤੋਂ ਜਿਹੜਾ ਸ਼ਾਮ ਦੇ ਦੀਵਾਨਾਂ ਦਾ ਔਰ ਕਥਾ ਦੀ ਆਰੰਭਤਾ ਦਾ ਜਿਹੜਾ ਸਮਾਂ ਹੈ, ਉਹ 5:15 ਵਜੇ ਦਾ ਹੈ। ਰੋਜ਼ਾਨਾ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਨੂੰ ਇਹ ਬੇਨਤੀ ਹੈ, ਆਓ ਜੋ ਲੜੀਵਾਰ ਪ੍ਰਸੰਗ ਚੱਲ ਰਿਹਾ ਹੈ ਉਸ ਇਤਿਹਾਸ ਦੇ ਨਾਲ ਜੁੜਦੇ ਹਾਂ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਿਛਲੇ ਲੰਮੇ ਸਮੇਂ ਤੋਂ ਪਹੁੰਚੇ ਹੋਏ ਹਨ। ਸ਼੍ਰੀ ਕਰਤਾਰਪੁਰ ਸਾਹਿਬ ਜੀ ਦਾ ਚੌਥਾ ਵੱਡਾ ਜੰਗ ਜਿੱਤ ਕੇ ਹੁਣ ਸਤਿਗੁਰਾਂ ਨੇ ਕੁਝ ਸਮਾਂ, ਬਾਦਸ਼ਾਹ ਵੀ ਸ਼ਾਂਤ ਹੋ ਗਿਆ ਹੈ, ਉਹਨੇ ਇੱਕ ਪ੍ਰਣ ਵੀ ਕਰ ਲਿਆ ਹੈ ਕਿ ਮੇਰਾ ਇੰਨਾ ਵੱਡਾ ਨੁਕਸਾਨ ਹੋ ਚੁੱਕਾ ਹੈ। ਉਹਦੇ ਸਲਾਹਕਾਰਾਂ ਨੇ ਸਮਝਾਇਆ, ਬਾਦਸ਼ਾਹ 4 ਵਾਰੀ ਇੰਨੀ ਤਗੜੀ ਫੌਜ ਆਪਾਂ ਮਰਵਾ ਲਈ ਹੈ, 4 ਆਪਣੀਆਂ ਹਾਰਾਂ ਹੋ ਗਈਆਂ ਹਨ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਗਾਂਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਮੱਥਾ ਲਾਉਣਾ ਠੀਕ ਨਹੀਂ ਹੈ। ਬਾਦਸ਼ਾਹ ਨੇ ਇਹ ਪ੍ਰਣ ਕਰ ਲਿਆ ਹੈ ਕਿ ਮੈਂ ਅਗਾਂਹ ਕਦੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਮੱਥਾ ਨਹੀਂ ਲਾਵਾਂਗਾ, ਭਾਵ ਜੰਗ ਨਹੀਂ ਕਰਾਂਗਾ, ਕਦੇ ਵਿਰੋਧਤਾ ਨਹੀਂ ਕਰਾਂਗਾ। ਸਤਿਗੁਰੂ ਜੀ ਨੇ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਭਾਗ ਲਾਏ
ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਵਾ ਰਹੇ ਹਨ। ਔਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਸੰਸਾਰਿਕ ਚੋਲਾ ਤਿਆਗ ਗਏ ਹਨ, ਅਕਾਲ ਚਲਾਣਾ ਕਰ ਗਏ ਹਨ। ਤੇ ਉਹਨਾਂ ਦੀ ਅੰਤਮ ਜਿਹੜੀ ਅਰਦਾਸ ਹੈ ਉਹਦੇ ਵਾਸਤੇ ਬੇਅੰਤ ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਰਹੀਆਂ ਹਨ। ਜਿੱਥੇ ਭਾਵਨਾ ਦੇ ਨਾਲ ਸਿੱਖ ਪਹੁੰਚ ਰਹੇ ਹਨ, ਉੱਥੇ ਗੁਰੂ ਕੇ ਰਿਸ਼ਤੇਦਾਰ ਔਰ ਜਿਹੜੇ ਪਹਿਲਾਂ ਗੁਰੂ ਸਾਹਿਬਾਨ ਹੋਏ ਹਨ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੀ ਬਹੁਤ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ। ਜਿੱਥੇ ਦੂਰ ਨੇੜੇ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤ ਚੱਲ ਕੇ ਆ ਰਹੀ ਹੈ, ਉੱਥੇ ਬਾਬਾ ਗੁਰਦਿੱਤਾ ਜੀ ਦਾ ਆਪਣਾ ਹੀ ਪੁੱਤਰ ਕਹਿਣ ਤੋਂ ਭਾਵ ਬਾਬਾ ਧੀਰਮੱਲ ਜੀ, ਇਹ ਮਨ ਦੇ ਵਿੱਚ ਇਹਨਾਂ ਦੇ ਲਾਲਚ ਹੈ, ਪਦਾਰਥਾਂ ਦੇ ਨਾਲ ਮੋਹ ਹੈ ਤੇ ਗੁਰਤਾ ਗੱਦੀ ਮੈਨੂੰ ਪ੍ਰਾਪਤ ਹੋ ਜਾਵੇ, ਇਹ ਬੜੀ ਵੱਡੀ ਕਾਹਲ ਹੈ। ਬੜੀਆਂ ਤਗੜੀਆਂ ਸਾਜ਼ਿਸ਼ਾਂ ਕਈ ਢੰਗ ਤਰੀਕੇ ਵਰਤ ਰਹੇ ਹਨ ਤੇ ਕੁਝ ਸਮਾਂ ਪਹਿਲਾਂ ਬਾਦਸ਼ਾਹ ਦੇ ਨਾਲ ਸੁਲ੍ਹਾ ਵੀ ਕਰ ਲਈ ਹੈ। ਬਾਦਸ਼ਾਹ, ਮੈਂ ਤੇਰੇ ਨਾਲ ਹਾਂ, ਤੇਰੇ ਅਧੀਨ ਹਾਂ, ਤੇਰੇ ਹੁਕਮ ਦੇ ਵਿੱਚ ਚੱਲਾਂਗਾ, ਮੇਰਾ ਨੁਕਸਾਨ ਨਾ ਕੀਤਾ ਜਾਏ। ਮੈਂ ਆਪਣੇ ਪਰਿਵਾਰ ਤੋਂ ਵੱਖ ਹਾਂ, ਮੇਰਾ ਜੰਗਾਂ ਯੁੱਧਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਪਿਤਾ ਜੀ ਔਰ ਦਾਦਾ ਜੀ ਜੰਗ ਯੁੱਧ ਕਰਦੇ ਹਨ, ਪਰ ਮੈਂ ਤੇਰੇ ਨਾਲ ਹਾਂ। ਹੁਣ ਧੀਰਮੱਲ ਗੁਰੂ ਪਰਿਵਾਰ ਤੋਂ ਵੱਖਰਾ ਹੋ ਕੇ ਆਪਣੇ ਢੰਗ ਦੇ ਨਾਲ ਮਨ ਦੀ ਮਰਜ਼ੀ ਕਰਦਾ ਹੈ ਤੇ ਉਧਰ ਪਿਤਾ ਜੀ ਬਾਬਾ ਗੁਰਦਿੱਤਾ ਜੀ ਦਾ ਅਕਾਲ ਚਲਾਣਾ ਹੋਇਆ ਹੈ ਤੇ ਸੰਗਤਾਂ ਨੇ ਆ ਕੇ ਸੁਨੇਹਾ ਦਿੱਤਾ ਬਾਬਾ ਧੀਰਮੱਲ ਜੀ ਉੱਥੇ ਵੀ ਨਹੀਂ ਪਹੁੰਚੇ। ਕਰਤਾਰਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਪਿਤਾ ਜੀ ਦੀ ਅੰਤਮ ਕਿਰਿਆ ਦੇ ਵਿੱਚ ਔਰ ਅੰਤਮ ਸਮੇਂ ਹਾਜ਼ਰ ਨਹੀਂ ਹੋਏ। ਔਰ ਜਿਹੜੇ ਗੁਰੂ ਘਰ ਜਾ ਰਹੇ ਸਨ, ਸੰਗਤਾਂ ਲੰਘਦੀਆਂ ਹਨ, ਕਈ ਵਾਰੀ ਰਾਤ ਠਹਿਰ ਜਾਂਦੀਆਂ ਹਨ, ਉਹਨਾਂ ਨੂੰ ਵੀ ਧੀਰਮੱਲ ਸਮਝਾ ਕਰਕੇ ਆਪਣੇ ਪੱਖ ਦੇ ਵਿੱਚ ਕਰ ਰਿਹਾ ਕਿ ਭਾਈ ਮੇਰਾ ਸਾਥ ਦਿਓ। ਦੇਖੋ ਮੇਰੇ ਕੋਲ ਅੰਮ੍ਰਿਤ ਗੁਰਬਾਣੀ ਦਾ ਗ੍ਰੰਥ ਵੀ ਹੈ ਤੇ ਮੈਂ ਬਾਬਾ ਗੁਰਦਿੱਤਾ ਜੀ ਦਾ ਵੱਡਾ ਸਪੁੱਤਰ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਮੇਰੇ ਕੋਲ ਹੀ ਆਏਗੀ, ਮੈਂ ਯੋਗ ਹਾਂ, ਇਸ ਕਰਕੇ ਮੇਰਾ ਸਾਥ ਦਿਓ। ਪਿਤਾ ਜੀ ਕਿੰਨਾ ਕੁ ਸਮਾਂ ਸੰਸਾਰ ਦੇ ਵਿੱਚ ਰਹਿਣ ਵਾਲੇ ਹਨ, ਆਖਰ ਮੈਂ ਹੀ ਅੱਗੇ ਜਾ ਕਰਕੇ ਗੁਰੂ ਬਣਨਾ ਹੈ। ਪਿਤਾ ਦਾਦਾ ਜੀ ਕਦੋਂ ਤੱਕ ਰਹਿਣਗੇ, ਇਸ ਕਰਕੇ ਪਿਤਾ ਜੀ ਚੱਲ ਵਸੇ ਹਨ ਤੇ ਦਾਦਾ ਜੀ ਤੋਂ ਬਾਅਦ ਮੈਂ ਗੁਰੂ ਬਣਾਂਗਾ, ਇਸ ਕਰਕੇ ਮੇਰਾ ਸਾਥ ਦਿਓ। ਕਈਆਂ ਨੂੰ ਧੀਰਮੱਲ ਨੇ ਵੀ ਆਪਣੇ ਨਾਲ ਇਸ ਤਰ੍ਹਾਂ ਗੁੰਮਰਾਹ ਕਰਕੇ ਲਾਲਚ ਦੇ ਕਰਕੇ ਜੋੜ ਲਿਆ, ਇੱਥੋਂ ਤੱਕ ਕਿ ਗੁਰੂ ਅਮਰਦਾਸ ਜੀ ਦੇ ਪਰਿਵਾਰ ਨੂੰ ਯਤਨ ਕੀਤਾ, ਉਹ ਤਾਂ ਨਹੀਂ ਜੁੜੇ, ਪਰ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਪਰਿਵਾਰ ਦੇ ਵਿੱਚੋਂ ਤਰੇੜਾਂ ਦੇ ਵਿੱਚੋਂ ਉਹਨਾਂ ਦੇ ਜਿਹੜੇ ਪੋਤਰੇ ਸਨ ਔਰ ਪਰਿਵਾਰ ਜਿਹੜੇ ਸਨ ਉਹਨਾਂ ਨੂੰ ਧੀਰਮੱਲ ਨੇ ਆਪਣੇ ਨਾਲ ਜੋੜ ਲਿਆ ਹੈ। ਉੱਧਰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਇਹ ਸਾਰਾ ਕੁਝ ਸੁਣ ਕੇ ਸੰਗਤ ਬੜੀ ਹੈਰਾਨ ਹੋਈ ਹੈ ਕਿ ਧੀਰਮੱਲ ਨੇ ਇਹ ਚੰਗੀ ਨਹੀਂ ਕੀਤੀ, ਗੁਰੂ ਕਾ ਘਰ ਛੱਡ ਕੇ ਤੇ ਇਹ ਬਾਦਸ਼ਾਹ ਦੀ ਫੌਜ ਦੇ ਅਧੀਨ ਹੋਇਆ ਹੈ ਔਰ ਇੱਥੋਂ ਤੱਕ ਕਿ ਆਪਣੇ ਪਿਤਾ ਦੇ ਅੰਤ ਸਮੇਂ ਵੀ ਇੱਥੇ ਨਹੀਂ ਪਹੁੰਚਿਆ। ਇਸ ਕਰਕੇ ਸੰਗਤ ਨੇ ਬੇਨਤੀ ਕੀਤੀ, ਪਾਤਸ਼ਾਹ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਵਚਨ ਕੀਤਾ ਸਾਰੀਆਂ ਕਿਰਿਆਵਾਂ ਸ਼੍ਰੀ ਹਰਿਰਾਏ ਸਾਹਿਬ ਜੀ ਨਿਭਾਉਣਗੇ। ਬਾਬਾ ਧੀਰਮੱਲ ਤੋਂ ਸ਼੍ਰੀ ਹਰਿਰਾਏ ਸਾਹਿਬ ਜੀ ਛੋਟੇ ਹਨ ਉਮਰ ਕਰਕੇ, ਜਿਨ੍ਹਾਂ ਨੇ ਅੱਗੇ ਜਾ ਕਰਕੇ 7ਵੇਂ ਪਾਤਸ਼ਾਹ ਬਣਨਾ ਹੈ। ਅੰਤਮ ਕਿਰਿਆਵਾਂ ਸਾਰੀਆਂ ਬਾਬਾ ਸ਼੍ਰੀ ਹਰਿਰਾਏ ਸਾਹਿਬ ਜੀ ਨੇ ਨਿਭਾਈਆਂ ਔਰ ਫਿਰ ਜਿਸ ਦਿਨ ਪਿਤਾ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਹੈ ਉਸ ਦਿਨ ਵੀ ਫਿਰ ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਜੋ ਮਾਲਕ ਕਰਦਾ ਹੈ, ਪਰਮੇਸ਼ਰ ਕਰਦਾ ਹੈ, ਹੁੰਦਾ ਉਹੀ ਹੈ ਜੋ ਉਹਨੂੰ ਮਨਜ਼ੂਰ ਹੈ। ਧੀਰਮੱਲ ਦੀ ਮਨ ਜਿਹੜੀ ਮਾਤਾ ਹੈ ਉਹ ਮਾਰੀ ਗਈ ਹੈ, ਉਹਦੇ ਕਰਮਾਂ ਦੇ ਵਿੱਚ ਏਡੀ ਵੱਡੀ ਸੋਭਾ ਤੇ ਵਡਿਆਈ ਨਹੀਂ ਹੈ, ਤਾਂ ਕਰਕੇ ਆਪਣੇ ਮਨ ਦੇ ਪਿੱਛੇ ਲੱਗ ਗਿਆ ਹੈ। ਅਸਲ ਦੇ ਵਿੱਚ ਮਾਲਕ ਇਸੇ ਤਰ੍ਹਾਂ ਚਾਹੁੰਦਾ ਹੈ, ਪਰਮਾਤਮਾ ਇਸੇ ਤਰ੍ਹਾਂ ਚਾਹੁੰਦਾ ਹੈ
ਅਕਾਲ ਪੁਰਖ ਸ੍ਰੀ ਹਰਿ ਰਾਇ ਸਾਹਿਬ ਜੀ ਦੇ ਤੁੱਠੇ ਹਨ। ਇਸ ਕਰਕੇ ਜਿਹੜੀ ਜ਼ਿੰਮੇਵਾਰੀ ਦੀ ਪੱਗ ਹੈ ਉਹ ਸ੍ਰੀ ਹਰਿ ਰਾਇ ਸਾਹਿਬ ਜੀ ਨੂੰ ਦਿੱਤੀ ਜਾਏਗੀ। ਸੋਹਣਾ ਪੰਡਾਲ ਸਜਿਆ ਹੈ, ਬੇਅੰਤ ਸੰਗਤਾਂ ਇਕੱਤਰ ਹੋਈਆਂ ਹਨ ਤੇ ਪਿਤਾ ਜੀ ਨੂੰ ਚੱਲ ਵਸਿਆਂ ਨੂੰ ਤਕਰੀਬਨ 2 ਹਫ਼ਤਿਆਂ ਦਾ ਸਮਾਂ ਹੋ ਗਿਆ ਹੈ ਔਰ ਬੇਅੰਤ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਚੁੱਕੀ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ, ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪਾਤਸ਼ਾਹ ਜੀ ਸੁਭਾਏਮਾਨ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਪੁੱਤਰ ਦੇ ਚੱਲ ਵਸਣ ਤੋਂ ਬਾਅਦ ਜਿਸ ਤਰ੍ਹਾਂ ਇਹ ਜਿਹੜਾ ਜ਼ਿੰਮੇਵਾਰੀ ਦੀ ਰਸਮ ਜਿਹੜੀ ਨਿਭਾਈ ਜਾ ਰਹੀ ਹੈ, ਆਓ ਇਤਿਹਾਸ ਦੇ ਵਿੱਚੋਂ ਭਾਵਨਾ ਸਹਿਤ ਸਾਰੀ ਸੰਗਤ ਸਰਵਣ ਕਰੀਏ ਜੀ। ਇੱਕ ਵਾਰੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਨ ਦਿਵਸ ਜਬ ਰਹੇ ਉਸ ਨਿਹਾਰੇ, ਕਹਿਣ ਲੱਗੇ ਪੈਰ ਕੋ ਦਿਨ ਜਦੋਂ ਸਮਾਂ ਬਾਕੀ ਹੈ, ਸ੍ਰੀ ਹਰਿਗੋਬਿੰਦ ਤਹਾਂ ਸਿਧਾਰੇ। ਤੇ ਜਿੱਥੇ ਗੁਰੂ ਘਰ ਦੇ ਸੇਵਾਦਾਰਾਂ ਨੇ ਸੰਗਤਾਂ ਨੇ ਬਹੁਤ ਵੱਡੀ ਤਿਆਰੀ ਕੀਤੀ ਹੋਈ ਹੈ, ਸੋਹਣੀ ਵਿਛਾਈ ਕੀਤੀ ਹੋਈ ਹੈ, ਉੱਪਰ ਤੰਬੂ ਲਾਏ ਸਨ, ਵੱਡਾ ਪ੍ਰਬੰਧ ਹੈ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਪਹੁੰਚੇ ਹਨ ਸ਼ੋਭਤ ਪਾਤਰ ਸਾਥ ਹਰਿ ਰਾਏ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਾਲ ਅਵਸਥਾ ਦੇ ਵਿੱਚ ਸ੍ਰੀ ਹਰਿ ਰਾਇ ਸਾਹਿਬ ਜੀ 7ਵੇਂ ਪਾਤਸ਼ਾਹ ਛੋਟੀ ਜੀ ਉਮਰ ਦੇ ਵਿੱਚ ਆਏ, ਬੜੇ ਸ਼ੁਭ ਰਹੇ ਹਨ। ਹਾਥ ਗਹੇ ਮਿਰਦ ਪਹੁੰਚੇ ਜਾਏ, ਔਰ ਛੇਵੇਂ ਪਾਤਸ਼ਾਹ ਜੀ ਨੇ 7ਵੇਂ ਪਾਤਸ਼ਾਹ ਜੀ ਦਾ ਹੱਥ ਆਪਣੇ ਹੱਥ ਦੇ ਵਿੱਚ ਪਕੜਿਆ ਹੋਇਆ ਹੈ ਔਰ ਸਾਰੀ ਸੰਗਤ ਦੀਦਾਰ ਕਰ ਰਹੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਬਾਲਕ ਨੂੰ ਲੈ ਕਰਕੇ ਆਏ ਹਨ ਅਤ ਸੁੰਦਰ ਮਸਨੰਦ ਡਸਾਈ। ਔਰ ਉੱਥੇ ਬੜਾ ਅਤਿਅੰਤ ਸੁੰਦਰ ਬਹੁਤ ਖੂਬਸੂਰਤ ਇੱਕ ਪਲੰਘਾ ਸਤਿਗੁਰਾਂ ਦੇ ਵਾਸਤੇ ਡਾਇਆ ਹੈ ਇਸ ਪਰ ਤੇਰੇ ਜਾਏ ਗੋਸਾਈ। ਔਰ ਛੇਵੇਂ ਪਾਤਸ਼ਾਹ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਸੁਸ਼ੋਭਿਤ ਹੋਏ ਹਨ, ਸੰਗਤਾਂ ਦੇ ਵਿੱਚ ਬਿਰਾਜਮਾਨ ਹੋਏ ਹਨ। ਚਮਰਦਾਰ ਲੈ ਚਮਰ ਟੁਰਾਏ, ਔਰ ਬੇਅੰਤ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਸਜੀ ਹੋਈ ਹੈ, ਬੇਅੰਤ ਸੰਗਤ ਹੋਰ ਵੀ ਆ ਰਹੀ ਹੈ ਔਰ ਚੌਰ ਬਰਦਾਰ ਸੋਹਣੇ ਢੰਗ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੀ ਪਰ ਚੌਰ ਸਾਹਿਬ ਦੀ ਜਿਹੜੀ ਸੇਵਾ ਉਹ ਨਿਭਾ ਰਹੇ ਹਨ। ਪੱਠੇ ਮੇਵਰੇ ਸਕਲ ਬੁਲਾਏ, ਔਰ ਮੇਵੜੇ ਅਰਦਾਸੀਏ ਸਿੰਘ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੇ ਹਨ। ਸਤਿਗੁਰਾਂ ਨੇ ਸੱਦਾ ਦੇ ਕਰਕੇ ਉਹਨਾਂ ਨੂੰ ਕੋਲ ਸਾਰੀ ਸੰਗਤ ਨੂੰ ਆਪਣੇ ਸੇਵਾਦਾਰਾਂ ਨੂੰ ਕੋਲ ਬੁਲਾਇਆ ਹੈ ਸੁਭਾਟ ਪੰਜ ਸੈ ਲੇਕਰ ਸੰਗ। ਔਰ ਹੁਣ ਰਾਏ ਜੋਧ ਸ਼ਾਹ ਸਰਦਾਰ ਬਹੁਤ ਵੱਡਾ ਅਹਿਲਕਾਰ ਕਾਂਗੜ ਦਾ ਇਹ ਵੀ ਚੱਲ ਕਰਕੇ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ, ਜਿਨੇ ਤੀਸਰੇ ਜੰਗ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦਾ ਬਹੁਤ ਵੱਡਾ ਸਾਥ ਦਿੱਤਾ ਹੈ ਤੇ ਜੰਗ ਜਿੱਤਣ ਦੇ ਵਿੱਚ ਇਹਦਾ ਵੀ ਵੱਡਾ ਅਹਿਮ ਰੋਲ ਹੈ। ਗੁਰੂ ਕੇ ਚਰਨਾਂ ਦੇ ਵਿੱਚ ਭਾਵਨਾ ਦੇ ਨਾਲ ਵੱਡੀ ਭਾਵਨਾ ਰੱਖਣ ਵਾਲਾ ਇਹ ਗੁਰੂ ਕਾ ਸਿੱਖ ਹੈ ਤੇ 500 ਘੋੜ ਸਵਾਰ ਆਪਣੇ ਸਾਥੀਆਂ ਸਮੇਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਹੈ ਆਏ ਵਜੂਦ ਰਾਏ ਮੁਦ ਅੰਗ। ਔਰ ਬੜਾ ਪ੍ਰਸੰਨ ਹੋਇਆ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆ ਕਰਕੇ ਦੀਦਾਰ ਕੀਤੇ ਹਨ ਪ੍ਰਥਮ ਸਭਨ ਤੇ ਪਹੁੰਚਿਓ ਭਾਨਾ। ਔਰ ਸਾਰਿਆਂ ਤੋਂ ਪਹਿਲਾਂ ਅਤੀ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਸੁਪੁੱਤਰ ਬਾਬਾ ਭਾਨਾ ਜੀ ਵੀ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਕੋਲ ਬੈਠੇ ਹਨ ਸਕਲ ਸੰਬੰਧਨ ਆਨ ਠਾਨਾ। ਤੇ ਸਾਕ ਸੰਬੰਧੀ ਰਿਸ਼ਤੇਦਾਰ ਔਰ ਵੱਡੇ ਗੁਰੂ ਸਾਹਿਬਾਨਾਂ ਦੇ ਪਰਿਵਾਰ ਸਾਰੇ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਚੁੱਕੇ ਹਨ ਉਪਾਏ ਚਰਨ ਗੁਰ ਲਾਗਾ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਤਿਅੰਤ ਪਿਆਰਾ ਸੇਵਕ ਭਾਈ ਰੂਪਾ ਜੀ, ਇਹ ਵੀ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਨਾਲ ਆ ਕਰਕੇ ਜੁੜੇ ਹਨ ਪਰਮਾਨੰਦ ਸੁੰਦਰ ਬੜ ਭਾਗਾ। ਔਰ ਧੰਨ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਵਿੱਚੋਂ ਬਾਬਾ ਪਰਮਾਨੰਦ ਸੁੰਦਰ ਭੱਟ ਭਾਗਾ, ਬਾਬਾ ਪਰਮਾਨੰਦ ਜੀ ਔਰ ਬਾਬਾ ਸੁੰਦਰ ਜੀ ਭੱਲਿਆਂ ਦੇ ਵਿੱਚੋਂ
ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਚੱਲ ਕੇ ਗਏ ਹਨ। ਇਹ ਵੀ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੁਭਾਈਮਾਨ ਹਨ। ਚੇਤਕ ਪਹੁੰਚੇ ਨਿਕਟ ਮਸੰਦ। ਔਰ ਹੋਰ ਵੀ ਬਹੁਤ ਸਾਰੇ ਮਸੰਦ ਗੁਰੂ ਘਰ ਦੇ ਸੇਵਾਦਾਰ, ਸਨੇਹਗਾਰ, ਇਲਾਕੇ ਦੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਪ੍ਰਚਾਰ ਕਰਨ ਵਾਲੇ ਮਸੰਦ ਪ੍ਰਚਾਰਕ, ਇਹ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਆਏ ਹਨ। ਵੇਲੇ ਸੰਗ ਸੰਗਤਾਂ ਬ੍ਰਿੰਦ। ਔਰ ਇਹਨਾਂ ਦੇ ਨਾਲ ਇਹਨਾਂ ਦੇ ਇਲਾਕਿਆਂ ਦੇ ਵਿੱਚੋਂ ਬੇਅੰਤ ਸੰਗਤਾਂ ਜਥਿਆਂ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀਆਂ ਹਨ। ਲੱਗਿਓ ਦੀਵਾਨ ਮਹਾਨ ਸਥਾਨਾ। ਔਰ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ 2 ਕੁ ਹਫ਼ਤਿਆਂ ਬਾਅਦ ਪਿਤਾ ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਜ਼ਿੰਮੇਵਾਰੀ ਦੇਣ ਵਾਸਤੇ 6ਵੇਂ ਪਾਤਸ਼ਾਹ ਜੀ ਦੀ ਆਗਿਆ ਦੇ ਵਿੱਚ ਬਹੁਤ ਸੁੰਦਰ ਵੱਡਾ ਇੱਕ ਦੀਵਾਨ ਸਜਿਆ ਹੈ। ਹਰੇ ਜੇ ਕੰਚਨ ਦੰਡਨ ਪਾਨਾ। ਔਰ ਜਿੱਥੇ ਸਤਿਗੁਰੂ ਜੀ ਬਿਰਾਜਮਾਨ ਹਨ, ਸਤਿਗੁਰਾਂ ਦੇ ਆਸਣ ਦੇ ਸਾਹਮਣੇ ਕਹਿਣ ਲੱਗੇ ਕਿ ਬਹੁਤ ਵੱਡੇ ਕੰਚਨ ਦੇ ਬਣੇ ਹੋਏ ਜਿਨ੍ਹਾਂ ਦੇ ਉੱਪਰ ਜੜਤ ਹੈ, ਸੋਟੇ ਲੈ ਕਰਕੇ ਚੌਬਦਾਰ ਗੁਰੂ ਕੇ ਚਰਨਾਂ ਦੇ ਵਿੱਚ ਗੁਰੂ ਘਰ ਦੇ ਸੇਵਾਦਾਰ, ਪਹਿਰੇਦਾਰ ਅੱਗੇ ਖੜੇ ਹਨ। ਪਾਟ ਨਕੀਬ ਗਾਵਤੇ ਜਸ ਕੋ। ਔਰ ਭੱਟ ਸਾਹਿਬਾਨ ਜਿਨ੍ਹਾਂ ਨੇ ਕਦੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਵੇਲੇ ਵੀ ਗੁਰੂ ਕੀ ਸਿਫਤ ਕੀਤੀ, ਵਡਿਆਈ ਕੀਤੀ, ਤੇ ਜਿਨ੍ਹਾਂ ਦੀ ਰਚਨਾ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਵੀ ਦਰਜ ਕੀਤੀ ਹੈ। ਭੱਟ ਸਾਹਿਬਾਨ ਬਹੁਤ ਸੁੰਦਰ ਢੰਗ ਦੇ ਨਾਲ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਥੇ ਵੀ ਪਹੁੰਚੇ ਹੋਏ ਹਨ। ਔਰ ਸੋਹਣੇ ਢੰਗ ਦੇ ਨਾਲ ਉੱਚੀ ਹੇਕ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ ਇਹਨਾਂ ਨੇ ਗੁਰੂ ਘਰ ਦੀ ਵਡਿਆਈ ਕੀਤੀ ਹੈ। ਅੱਜ ਵੀ ਭੱਟ ਸਾਹਿਬਾਨ ਵੱਖ-ਵੱਖ ਇਤਿਹਾਸਕ ਸਥਾਨਾਂ ਤੇ ਗੁਰੂ ਘਰਾਂ ਦੇ ਵਿੱਚ ਕਈਆਂ ਥਾਵਾਂ ਤੇ ਇਹਨਾਂ ਪਰਿਵਾਰਾਂ ਦੇ ਵਿੱਚ ਗੁਰੂ ਕੀ ਕੀਰਤੀ ਅੱਜ ਵੀ ਕਰਦੇ ਹਨ ਕਈਆਂ ਥਾਵਾਂ। ਔਰ ਉਹ ਉਸ ਵੇਲੇ ਵੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਸਿਫਤ ਗਾਈ ਹੈ। ਸਭਨ ਪ੍ਰੇਮ ਤੇ ਪਾਏ ਦਰਸ ਕੋ। ਔਰ ਸਾਰਿਆਂ ਨੇ 6ਵੇਂ ਪਾਤਸ਼ਾਹ ਜੀ ਦੇ ਭਾਵਨਾ ਦੇ ਨਾਲ ਕੋਲ ਬੈਠ ਕੇ ਦੀਦਾਰ ਕੀਤੇ ਹਨ। ਭਾਨਾ ਅਦਿਕ ਪ੍ਰੇਮ ਰਸ ਪਾਇਆ। ਔਰ ਭਾਈ ਭਾਨਾ ਜੀ ਜੈਸੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਚਰਨਾਂ ਦੇ ਨਾਲ ਬਹੁਤ ਵੱਡਾ ਸਨੇਹ ਕਰਦੇ ਸਨ, ਪਿਆਰ ਕਰਦੇ ਸਨ ਭਾਵਨਾ ਦੇ ਨਾਲ, ਉਸੇ ਤਰ੍ਹਾਂ ਇਹ ਬਾਬਾ ਭਾਨਾ ਜੀ ਵੀ ਗੁਰੂ ਦੇ ਚਰਨਾਂ ਦੇ ਬਹੁਤ ਵੱਡੇ ਰਸੀਏ ਹਨ। ਭਾਨਾ ਅਦਿਕ ਪ੍ਰੇਮ ਰਸ ਭਾਗਿਆ, ਕਹਿਣ ਲੱਗੇ ਭਾਨਾ ਜੀ ਬੜੇ ਪ੍ਰੇਮ ਦੇ ਰਸ ਦੇ ਵਿੱਚ ਭਿੱਜੇ ਹੋਏ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਸ਼ੋਭਿਤ ਹਨ। ਭਇਓ ਲੈ ਪ੍ਰਭ ਕੀ ਆਗਿਆ। ਔਰ ਸਤਿਗੁਰਾਂ ਦਾ ਇਸ਼ਾਰਾ ਹੋਇਆ ਹੈ, ਪਾਤਸ਼ਾਹ ਜੀ ਤੋਂ ਆਗਿਆ ਪ੍ਰਾਪਤ ਕਰਕੇ ਭਾਈ ਭਾਨਾ ਜੀ ਉੱਠੇ ਹਨ। ਸ੍ਰੀ ਹਰਿਰਾਏ ਸੀਸ ਦਸਤਾਰ। ਔਰ ਫਿਰ ਦਸਤਾਰ ਜਿਹੜੀ ਹੈ, ਜ਼ਿੰਮੇਵਾਰੀ ਜਿਹੜੀ ਹੈ ਪਿਤਾ ਤੋਂ ਬਾਅਦ ਭਾਵੇਂ ਵੱਡੇ ਸਪੁੱਤਰ ਬਾਬਾ ਧੀਰਮਲ ਜੀ ਹਨ, ਪਰ ਉਹ ਆਪਣੇ ਮਨ ਦੇ ਪਿੱਛੇ ਲੱਗ ਰਹੇ ਹਨ, ਆਪਣੇ ਸੁਭਾਅ ਦੇ ਮੁਤਾਬਕ ਚੱਲਦੇ ਹਨ। ਇੱਕ ਹੈ ਗੁਰੂ ਕੀ ਮੱਤ, ਇੱਕ ਹੈ ਮਨ ਦੀ ਮੱਤ। ਉਹ ਇਤਿਹਾਸ ਗੁਰਬਾਣੀ ਦੇ ਵਿੱਚ ਗੁਰਮੁਖ ਤੇ ਮਨਮੁਖ 2 ਤਰ੍ਹਾਂ ਦੇ ਵਚਨ ਮਿਲਦੇ ਹਨ। ਇੱਕ ਉਹ ਜਿਹੜੇ ਸਿੱਖ ਹਮੇਸ਼ਾ ਗੁਰੂ ਕੀ ਆਗਿਆ ਦੇ ਵਿੱਚ ਰਹਿੰਦੇ ਹਨ, ਇੱਕ ਉਹ ਜਿਹੜੇ ਹਮੇਸ਼ਾ ਹੀ ਆਪਣੇ ਮਨ ਦੇ ਪਿੱਛੇ ਜੋ ਮਨ ਦੇ ਵਿੱਚ ਆਇਆ ਉਹੀ ਕਰ ਲੈਣਾ, ਜਿਹੜੇ ਆਪਣੀ ਸੋਚ ਨੂੰ ਅੱਗੇ ਰੱਖਦੇ ਹਨ, ਆਪਣੇ ਸੁਭਾਅ ਨੂੰ ਅੱਗੇ ਰੱਖਦੇ ਹਨ, ਇੱਕ ਉਹ ਤਰ੍ਹਾਂ ਦੇ ਸਿੱਖ ਹਨ। ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਗੁਰਮੁਖ ਹਨ, ਕਹਿਣ ਤੋਂ ਭਾਵ ਗੁਰੂ ਦੀ ਮੱਤ ਦੇ ਅਨੁਸਾਰ ਚੱਲਣ ਵਾਲੇ, ਗੁਰੂ ਕੀ ਆਗਿਆ ਦੇ ਵਿੱਚ ਰਹਿਣ ਵਾਲੇ। ਇਸ ਕਰਕੇ ਭਾਈ ਭਾਨਾ ਜੀ ਉੱਠੇ, ਸ਼੍ਰੀ ਹਰਿਰਾਏ ਸੀਸ ਦਸਤਾਰ, ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਸਤਾਰ ਬਖਸ਼ਣ ਵਾਸਤੇ ਔਰ ਹੱਥ ਉਤਾਨੂੰ ਕਰਕੇ ਦਸਤਾਰ ਲੈ ਕਰਕੇ ਸਹਿਬ ਪਾਤਸ਼ਾਹ ਸ਼੍ਰੀ ਹਰਿਰਾਏ ਸਾਹਿਬ ਜੀ ਦੀ ਸੀਸ ਉੱਪਰ ਦਸਤਾਰ ਜਿਹੜੀ ਹੈ ਉਹ ਸਜਾਈ ਗਈ ਹੈ। ਸਤਿਗੁਰ ਨਿਜ ਕਰ ਸੰਗ ਸੁਧਾਰਤ। ਔਰ ਗਰੀਬ ਨਿਵਾਜ ਸਤਿਗੁਰੂ ਜੀ ਆਪ ਵੀ 6ਵੇਂ ਪਾਤਸ਼ਾਹ ਜੀ ਬਾਲਕ ਅਵਸਥਾ ਦੇ ਵਿੱਚ 7ਵੇਂ ਪਾਤਸ਼ਾਹ ਜੀ ਹਨ, ਤੇ 6ਵੇਂ ਪਾਤਸ਼ਾਹ ਜੀ ਬੜੇ ਅਦਬ ਦੇ ਨਾਲ ਆਪਣੇ ਪੋਤਰੇ ਨੂੰ ਜਿਹੜੀ ਦਸਤਾਰ ਹੈ ਉਹ ਸੁਧਾਰ ਕੇ ਸੋਹਣੇ ਢੰਗ ਦੇ ਨਾਲ ਸਤਿਗੁਰੂ ਜੀ ਸਜਾ ਰਹੇ ਸਨ। ਨਭ ਮੈਂ ਜੈ ਜੈਕਾਰ ਉਚਾਰਤ।
ਔਰ ਬੇਅੰਤ ਗੁਰੂ ਕੇ ਪਿਆਰੇ ਬਹੁਤ ਵੱਡਾ ਜਸ ਕੀਰਤੀ ਸਤਿਗੁਰਾਂ ਦੀ ਕਰ ਰਹੇ ਹਨ। ਸ੍ਰੀ ਗੁਰੂ ਅਮਰਦਾਸ ਕੀ ਅੰਸ ਔਰ ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੀ ਅੰਸ਼ ਕਹਿਣ ਤੋਂ ਭਾਵ ਉਹਨਾਂ ਦੇ ਗਾਂ ਪੁੱਤਰ ਪੋਤਰੇ, ਉਹਨਾਂ ਦੇ ਗਾਂ ਜਿਹੜੇ ਪਰਿਵਾਰ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੇ ਹਨ। ਦਈ ਭਾਗ ਸੁੰਦਰ ਅਵਸੰਤ ਔਰ ਉਹਨਾਂ ਨੇ ਵੀ ਇਹ ਜਿਹੜੀ ਦਸਤਾਰ ਹੈ, ਬਖਸ਼ਿਸ਼ ਜਿਹੜੀ ਹੈ ਲਿਆ ਕਰਕੇ ਇਹਨਾਂ ਨੇ ਵੀ ਸ੍ਰੀ ਹਰਿ ਸਾਹਿਬ ਜੀ ਦੇ ਸੀਸ ਉੱਪਰ ਜਿਹੜੀ ਸਜਾਈ ਹੈ। ਉਹਨੇ ਮਸੰਦਨ ਅਰਪੇ ਸਭ ਨੂੰ ਔਰ ਫਿਰ ਸਾਰੇ ਜਿਹੜੇ ਪ੍ਰਚਾਰਕ ਸਹਿਬਾਨ ਸਨ, ਵੱਖਰੇ ਵੱਖਰੇ ਇਲਾਕਿਆਂ ਦੇ ਜਥੇਦਾਰ, ਪਾਤਸ਼ਾਹ ਜੀ ਦੇ ਵੱਲੋਂ ਵੱਡੇ ਗੁਰੂ ਸਾਹਿਬਾਨਾਂ ਵੱਲੋਂ ਥਾਪੇ ਹੋਏ ਜਿਹੜੇ ਇਹ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ, ਇਹ ਵੀ ਆਪਣੇ ਆਪਣੇ ਇਲਾਕਿਆਂ ਦੇ ਵਿੱਚੋਂ ਦਸਤਾਰਾਂ ਲੈ ਕਰਕੇ ਪਹੁੰਚੇ ਹਨ। ਪੁਨਹ ਮਸੰਦਨ ਅਰਪੇ ਸਭ ਹੂੰ, ਫਿਰ ਸਾਰੇ ਮਸੰਦਾਂ ਨੇ ਵੀ ਦਸਤਾਰ ਭੇਟ ਕੀਤੀ ਹੈ। ਜੋਧ ਰਾਏ ਭਾ ਦੇਵਤ ਤਬ ਹੂੰ ਔਰ ਰਾਏ ਜੋਧ ਸ਼ਾਹ ਇਹਨੇ ਵੀ ਪਿਆਰ ਸਤਿਕਾਰ ਸਹਿਤ ਦਸਤਾਰ ਭੇਟ ਕੀਤੀ ਹੈ। ਸੰਬੰਧੀ ਅਰ ਸੰਗਤ ਕੇਰ ਔਰ ਹੋਰ ਵੀ ਜਿਹੜੇ ਸਾਕ ਸੰਬੰਧੀ ਜਾਂ ਹੋਰ ਜਿਹੜੇ ਵੱਡੇ ਸਿੱਖ ਹੋਏ ਹਨ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜੀ ਸੰਗਤ ਪਹੁੰਚੀ ਹੈ। ਅਰਪਤ ਸਗਰੇ ਲਾਗਿਓ ਢੇਰ ਤੇ ਸਾਰਿਆਂ ਨੇ ਦਸਤਾਰਾਂ ਅਰਪਿਤ ਕੀਤੀਆਂ, ਭੇਟ ਕੀਤੀਆਂ। ਬਹੁਤ ਵੱਡਾ ਢੇਰ ਦਸਤਾਰਾਂ ਦਾ ਲੱਗਿਆ ਹੈ। ਬਾਜਨ ਲਗੇ ਪਾਰ ਦਸ਼ਿਆਨੇ ਔਰ ਸੁੰਦਰ ਵਾਜੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੂੰ ਇਹ ਵਡਿਆਈ ਮਿਲੀ ਹੈ ਤੇ ਸਾਰੇ ਖੁਸ਼ ਪ੍ਰਸੰਨ ਹੋਏ ਹਨ। ਜਸ ਕਬਿਤਨ ਭਾਟ ਪਖਾਨੇ ਔਰ ਜਿਹੜੇ ਭੱਟ ਸਾਹਿਬਾਨ ਸਨ, ਕਵਿਤ ਪੜ੍ਹ ਰਹੇ ਸਨ, ਉੱਚੀ ਉੱਚੀ ਕੀਰਤੀ ਕਰ ਰਹੇ ਹਨ। ਸਤਵੇਂ ਪਾਤਸ਼ਾਹ ਜੀ ਦੀ ਬਹੁਤ ਵੱਡੀ ਵਡਿਆਈ ਛੇਵੇਂ ਪਾਤਸ਼ਾਹ ਜੀ ਦੀ ਕੀਤੀ ਗਈ ਹੈ। ਸ਼ੋਕ ਨਸਾਏ ਕੀਨ ਉਤਸਾਹੂ ਔਰ ਇੱਕ ਵਾਰੀ ਬਾਬਾ ਗੁਰਦਿੱਤਾ ਜੀ ਦੇ ਨਾਲ ਸੰਗਤਾਂ ਦਾ ਬਹੁਤ ਵੱਡਾ ਸਨੇਹ ਹੈ, ਪਿਆਰ ਸੀਗਾ। ਸੰਗਤਾਂ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਮਾਣ ਸਤਿਕਾਰ ਸੀਗਾ। ਉਹਨਾਂ ਦੇ ਜਾਣ ਦੇ ਕਰਕੇ ਸੰਗਤਾਂ ਦੇ ਵਿੱਚ ਬਹੁਤ ਵੱਡਾ ਬੈਰਾਗ ਤੇ ਸ਼ੋਕ ਪੈਦਾ ਹੋਇਆ ਹੈ। ਪਰ ਹੁਣ ਕੁਝ ਸਮੇਂ ਵਾਸਤੇ ਜਦੋਂ ਦਸਤਾਰ ਸਤਵੇਂ ਪਾਤਸ਼ਾਹ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਸ਼ੋਕ ਨਸਾਏ ਕੀਨ ਉਤਸ਼ਾਹੂ ਕਿ ਧੀਰਮਲ ਨੂੰ ਜਿਹੜਾ ਹੰਕਾਰ ਦੇ ਵਿੱਚ ਫਿਰਦਾ ਹੈ, ਆਪਣੇ ਮਨ ਦੇ ਪਿੱਛੇ ਲੱਗਿਆ ਹੋਇਆ ਹੈ, ਜਦੋਂ ਉਹਨੂੰ ਜ਼ਿੰਮੇਵਾਰੀ ਨਹੀਂ ਮਿਲੀ ਤੇ ਮਿੱਠੇ ਸੁਭਾਅ ਵਾਲੇ ਬਹੁਤ ਸੰਗਤਾਂ ਦੇ ਵਿੱਚ ਮਾਨ ਸਨਮਾਨ ਪ੍ਰਾਪਤ ਕਰਨ ਵਾਲੇ ਸ੍ਰੀ ਹਰਿ ਸਾਹਿਬ ਜੀ ਨੂੰ ਜਦੋਂ ਜ਼ਿੰਮੇਵਾਰੀ ਮਿਲੀ ਹੈ ਤੇ ਇੱਕ ਵਾਰੀ ਗਮ ਜਿਹੜਾ ਹੈ ਦੂਰ ਹੋਇਆ। ਸਾਰੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ, ਪ੍ਰੇਮ, ਪ੍ਰਸੰਨਤਾ ਆਈ ਹੈ ਆਨੰਦ ਭਾ ਸਭ ਕੇ ਉਰਮਾਹੂ ਤੇ ਸਾਰੇ ਖੁਸ਼ੀ ਦੇ ਨਾਲ ਪ੍ਰਸੰਨ ਹੋਏ, ਆਨੰਦਿਤ ਹੋਏ ਹਨ। ਸ੍ਰੀ ਹਰਿ ਰਾਏ ਹਾਥ ਤੇ ਦਾਨ ਔਰ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਬੇਅੰਤ ਮੰਗਣ ਵਾਲੇ ਜਾਂ ਹੋਰ ਭੁੱਖੇ ਲੋਕ, ਭਿਖਾਰੀ ਜਿਹੜੇ ਪਹੁੰਚੇ ਸਨ, ਉਹਨਾਂ ਨੂੰ ਦਾਨ ਦਿੱਤਾ, ਉਹਨਾਂ ਨੂੰ ਤ੍ਰਿਪਤ ਕੀਤਾ ਹੈ। ਮੰਗਤ ਜਨਨ ਦਿਵਾਏ ਮਹਾਨ ਤੇ ਜੋ ਜੋ ਕਿਸੇ ਨੇ ਮੰਗਿਆ ਹੈ ਉਸੇ ਤਰ੍ਹਾਂ ਦੀਆਂ ਝੋਲੀਆਂ ਸ੍ਰੀ ਹਰਿ ਸਾਹਿਬ ਜੀ ਭਰ ਰਹੇ ਸਨ। ਬਾਦਤ ਸਗਲ ਬਜਾਵਨ ਹਾਰੇ ਤੇ ਸੁੰਦਰ ਸਾਜ ਕੀਰਤੀ ਦੇ ਵਿੱਚ ਵੱਜ ਰਹੇ ਹਨ। ਦੇ ਬਖਸ਼ੀਸ਼ ਅਸੀਸ ਉਚਾਰੇ ਔਰ ਬਹੁਤ ਵੱਡੀਆਂ ਸਿਫਤਾਂ, ਅਸੀਸਾਂ ਜਿਹੜੀਆਂ ਉਹ ਦੇ ਰਹੇ ਹਨ ਤੇ ਗੁਰੂ ਘਰ ਦੇ ਵਿੱਚ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ। ਮੈਨ ਅਧਿਕਨ ਦਾਸ ਵਿਸਾਲੇ ਬੇਅੰਤ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਦਾਸ ਦੂਰ ਨੇੜੇ ਤੋਂ ਚੱਲ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ। ਵਸਤਰ ਪੇ ਭੁਖਨ ਲੈ ਧਨ ਜਾਲੇ ਔਰ ਬੇਅੰਤ ਤਰ੍ਹਾਂ ਦੇ ਸੋਹਣੇ ਬਸਤਰ ਤੇ ਕਈ ਤਰ੍ਹਾਂ ਦੇ ਕੀਮਤੀ ਰਤਨ ਗਹਿਣੇ ਵੀ ਲਿਆ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਅੰਤ ਸੰਗਤਾਂ ਹਾਜ਼ਰ ਹੋਈਆਂ ਹਨ। ਸਗਰੇ ਸ੍ਰੀ ਹਰਿ ਰਾਏ ਸਰਾਹੈ ਤੇ ਸਾਰੇ ਸਤਵੇਂ ਪਾਤਸ਼ਾਹ ਛੋਟੇ ਸਪੁੱਤਰ ਸ੍ਰੀ ਹਰਿ ਸਾਹਿਬ ਜੀ ਦੀ ਬਹੁਤ ਵੱਡੀ ਵਡਿਆਈ ਕਰ ਰਹੇ ਹਨ। ਗੁਰੂ ਪੌਤਰ ਦੇ ਭਾਗ ਮਹਾ ਹੈ ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੋਤਰੇ ਕਹਿਣ ਤੋਂ ਭਾਵ
ਸਹਿ ਪਾਤਸ਼ਾਹ ਸ੍ਰੀ ਹਰਿ ਸਾਹਿਬ ਜੀ ਦੇ ਬਹੁਤ ਵੱਡੇ ਚੰਗੇ ਭਾਗ ਹਨ। ਗੁਰੂ ਪੌਤਰ ਇਹ ਭਾਗ ਮਹਾ ਹੈ। ਇਹਨਾਂ ਦੇ ਵੱਡੇ ਭਾਗ ਹਨ ਜਿਨ੍ਹਾਂ ਦੇ ਉੱਪਰ ਛੇਵੇਂ ਪਾਤਸ਼ਾਹ ਜੀ ਇਤਨੇ ਮਿਹਰਬਾਨ ਹਨ ਅਦਭੁਤ ਸ਼ੋਭਾ ਪਾਏ ਰਹੇ ਹੈ। ਔਰ ਉਹਨਾਂ ਦੀ ਇਲਾਕੇ ਦੇ ਵਿੱਚ ਸਾਰੀ ਸੰਗਤ ਵਿੱਚ ਅਚੰਭਤ ਅਨੋਖੀ ਵਡਿਆਈ ਸੋਭਾ ਹੋਈ ਹੈ। ਗੁਰਤਾ ਪਦ ਜਨ ਆਜ ਲਹੇ ਹੈ। ਔਰ ਇੰਜ ਲੱਗਦਾ ਹੈ ਕਿ ਜੈਸੇ ਸਤਵੇਂ ਪਾਤਸ਼ਾਹ ਸਤਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਗੁਰੂ ਬਣਨਾ ਹੈ, ਅਜੇ ਤਾਂ ਪਿਤਾ ਦੀ ਜ਼ਿੰਮੇਵਾਰੀ ਮਿਲੀ ਹੈ ਤੇ ਪਰ ਇੰਜ ਲੱਗ ਰਿਹਾ ਹੈ ਗੁਰਤਾ ਪਦ ਜਨ ਆਜ ਲਹੇ ਹੈ, ਜਿਵੇਂ ਅੱਜ ਹੀ ਛੇਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬਿਠਾ ਦਿੱਤਾ ਹੋਵੇ। ਸੰਗਤਾਂ ਦੇ ਵਿੱਚ ਵੀ ਇੰਨਾ ਵੱਡਾ ਮਾਣ ਸਤਿਕਾਰ ਹੈ ਔਰ ਸਤਵੇਂ ਪਾਤਸ਼ਾਹ ਬਾਲਕ ਹਰਿ ਸਾਹਿਬ ਜੀ ਦੀ ਇੰਨੀ ਵੱਡੀ ਸੋਭਾ ਤੇ ਵਡਿਆਈ ਹੈ ਕਿ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਇਸ ਆਗਿਆਕਾਰੀ ਪੋਤਰੇ ਤੇ ਬਹੁਤ ਮਿਹਰਬਾਨ ਹਨ। ਤੇ ਅਚਾਨਕ ਕਈਆਂ ਦੇ ਹਿਰਦੇ ਦੇ ਵਿੱਚ ਇਹ ਗੱਲ ਫੁਰੀ ਹੈ, ਅਚਾਨਕ ਆਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਜਾਣ ਲਓ, ਜਿਤਨਾ ਮਿੱਠਾ ਸੁਭਾਅ ਆਗਿਆਕਾਰੀ ਤੇ ਜਿੰਨੀ ਵਡਿਆਈ ਵਾਲੇ ਇਹ ਬਾਲਕ ਸ਼੍ਰੀ ਹਰਿ ਸਾਹਿਬ ਜੀ ਹਨ, ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਵੀ ਇਹੀ ਪ੍ਰਾਪਤ ਕਰਨਗੇ। ਇਹ ਯੋਗ ਹਨ, ਬਹੁਤ ਵੱਡੇ ਇਹਨਾਂ ਦੇ ਅੰਦਰ ਗੁਣ ਹਨ। ਮੰਗਲ ਕਰ ਸ਼ੋਕ ਨਸਾਵਾ। ਔਰ ਇਸ ਤਰ੍ਹਾਂ ਖੁਸ਼ੀਆਂ ਦੇ ਗੀਤ ਗਾਏ ਗਏ, ਬਹੁਤ ਵੱਡੀ ਵਡਿਆਈ ਸ਼੍ਰੀ ਹਰਿ ਸਾਹਿਬ ਜੀ ਦੀ ਹੋਈ ਹੈ ਤੇ ਕੁਝ ਸਮੇਂ ਵਾਸਤੇ ਸ਼ੋਕ ਗਮੀ ਖਤਮ ਹੋਈ ਹੈ। ਅੰਤਰ ਵਹਿਰ ਪ੍ਰਮੋਦ ਵਧਾਵਾ। ਤੇ ਸਾਰੇ ਅੰਦਰ ਬਾਹਰ ਆਉਂਦੇ ਜਾਂਦੇ ਬੜੇ ਖੁਸ਼ ਪ੍ਰਸੰਨ ਹਨ। ਵੇਦ ਅਸੀਸਾਂ ਸ੍ਰੀ ਹਰਿ ਰਾਏ। ਤੇ ਬਾਲਕ ਸ਼੍ਰੀ ਹਰਿ ਸਾਹਿਬ ਜੀ ਨੂੰ ਬਹੁਤ ਵੱਡੀਆਂ ਅਸੀਸਾਂ ਪ੍ਰਾਪਤ ਹੋ ਰਹੀਆਂ ਹਨ। ਧੀਰ ਮਨ ਕੀ ਨਿੰਦ ਅਲਾਏ। ਔਰ ਐਸੇ ਸਮੇਂ ਦੇ ਵਿੱਚ ਜਦੋਂ ਪਿਤਾ ਜੀ ਦਾ ਅੰਤ ਵੇਲਾ ਹੈ ਤੇ ਛੋਟੇ ਪੁੱਤਰ ਸ਼੍ਰੀ ਹਰਿ ਸਾਹਿਬ ਜੀ ਨੇ ਸਾਰੇ ਇਹ ਕਾਰਜ ਕੀਤੇ ਹਨ। ਉਧਰ ਧੀਰ ਮੱਲ ਵੱਡਾ ਹੋਣ ਕਰਕੇ ਜ਼ਿੰਮੇਵਾਰੀ ਉਹਦੀ ਬਣਦੀ ਸੀ, ਪਰ ਗੁਰੂ ਘਰ ਦੇ ਵਿੱਚ ਪਹੁੰਚਿਆ ਨਹੀਂ ਹੈ, ਪਿਤਾ ਦੇ ਅੰਤ ਵੇਲੇ ਆਇਆ ਨਹੀਂ ਹੈ। ਇਸ ਕਰਕੇ ਉਹਦੀ ਥਾਂ ਥਾਂ ਤੇ ਦੂਰ ਨੇੜੇ ਸਾਰੇ ਨਿੰਦ ਕਰ ਰਹੇ ਹਨ। ਬਹੁਤ ਬਦਨਾਮੀ ਹੋਈ ਹੈ ਕਿ ਇਸ ਤਰ੍ਹਾਂ ਦਾ ਸੁਭਾਅ ਹੈ ਕਠੋਰ ਕਿ ਆਪਣੇ ਪਿਤਾ ਜੀ ਦੇ ਅੰਤ ਵੇਲੇ ਵੀ ਦੇਖੋ ਹਾਜ਼ਰ ਨਹੀਂ ਹੋਇਆ। ਸੰਗਤਾਂ ਦੇ ਵਿੱਚੋਂ ਉਸ ਵੇਲੇ ਵਿਸ਼ਵਾਸ ਜਿਹੜਾ ਧੀਰ ਮੱਲ ਗਵਾ ਲਿਆ ਹੈ, ਆਪਣੇ ਪ੍ਰਤੀ ਸੰਗਤਾਂ ਦਾ ਜਿਹੜਾ ਪ੍ਰੇਮ ਹੈ ਉਹ ਗਵਾ ਲਿਆ ਧੀਰ ਮੱਲ ਨੇ। ਸੰਗਤਾਂ ਦੇ ਵਿੱਚ ਸ੍ਰੀ ਹਰਿ ਸਾਹਿਬ ਜੀ ਦੀ ਬਹੁਤ ਵੱਡੀ ਵਡਿਆਈ ਹੋਈ ਹੈ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ। ਔਰ ਇਸ ਢੰਗ ਦੇ ਨਾਲ ਫਿਰ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੋਰ ਸਮਾਂ ਬਤੀਤ ਕੀਤਾ ਹੈ। ਸਭਾ ਲਗਾਏ ਬਿਰਾਜੇ ਗਾਵੇਂ ਸ਼ਬਦ ਸੁਨਾਏ। ਬਹੁਤ ਵੱਡੀ ਸਭਾ ਲੱਗਦੀ ਹੈ, ਦੀਵਾਨ ਲੱਗਦਾ ਹੈ, ਬੇਅੰਤ ਸੰਗਤ ਹਾਜ਼ਰ ਹੁੰਦੀ ਹੈ ਤੇ ਗਰੀਬ ਨਿਵਾਜ ਗੁਰੂ ਕੇ ਚਰਨਾਂ ਦੇ ਵਿੱਚ ਗਾਵੇ ਸ਼ਬਦ ਸੁਨਾਏ। ਰਬਾਬੀ ਸਿੰਘ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੇ ਹਨ। ਚੌਪਾਈ ਕੇਤਕ ਸੰਗਤ ਲਿਏ ਮਸੰਦ। ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਸੰਗਤ ਪਹੁੰਚੀ ਹੈ, ਕਈਆਂ ਨੂੰ ਫਿਰ ਮਸੰਦ ਜਿਹੜੇ ਸਨ ਉਹਨਾਂ ਨੇ ਸੰਗਤਾਂ ਨੂੰ ਨਾਲ ਲਿਆ ਹੈ। ਕਰ ਕਰ ਬੰਦਨ ਜੁਗ ਕਰ ਬੰਦ। ਔਰ ਫਿਰ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੰਦਨਾ ਕਰ ਕਰਕੇ ਜਿਹੜੀ ਸੰਗਤ ਜਾਣਾ ਚਾਹੁੰਦੀ ਹੈ ਉਹਨਾਂ ਨੂੰ ਲੈ ਕਰਕੇ ਮਸੰਦ ਜਾ ਰਹੇ ਹਨ। ਹੁਕਮ ਪਾਏ ਨਿਜ ਸਦਨ ਸਿਧਾਰੇ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਆਗਿਆ ਪ੍ਰਾਪਤ ਕਰ ਲੈਂਦੇ ਹਨ, ਫਿਰ ਆਪਣੇ ਮਾਰਗ ਤੇ ਚੱਲਦੇ ਹਨ। ਜਹਾਂ ਕਹਾਂ ਗੁਰ ਸੋ ਜਸ ਉਚਾਰੇ। ਔਰ ਇੱਧਰ ਉੱਧਰ ਦੂਰ ਨੇੜੇ ਛੇਵੇਂ ਪਾਤਸ਼ਾਹ ਜੀ ਦਾ ਔਰ ਸ੍ਰੀ ਹਰਿ ਸਾਹਿਬ ਜੀ ਦਾ ਬਹੁਤ ਵੱਡਾ ਜਸ ਵਡਿਆਈ ਹੋ ਰਹੀ ਹੈ। ਕੇਤਕ ਸਤਿਗੁਰ ਕੇ ਢਿਗਰ ਹੈ। ਤੇ ਬੇਅੰਤ ਗੁਰਮੁਖ ਪਿਆਰੇ ਐਸੇ ਸਨ, ਕੁਝ ਤਾਂ ਚਲੇ ਗਏ ਆਪਣੇ ਆਪਣੇ ਇਲਾਕਿਆਂ ਦੇ ਵਿੱਚ,
ਤੇ ਕੁਝ ਸੰਗਤਾਂ ਗੁਰੂ ਕੇ ਚਰਨਾਂ ਦੇ ਵਿੱਚ ਠਹਿਰ ਗਈਆਂ ਹਨ, ਕੁਝ ਗੁਰਮੁਖ ਪਿਆਰੇ ਰੁਕੇ ਹੋਏ ਹਨ। ਦੀਪ ਮਾਲ ਕੋ ਮੇਲਾ ਲਹੇ। ਔਰ ਉਹਨਾਂ ਨੇ ਜਾਣਿਆ ਕਿ ਥੋੜੇ ਕੋ ਸਮੇਂ ਬਾਅਦ ਦੀਪਮਾਲਾ, ਕਹਿਣ ਤੋਂ ਭਾਵ ਦੀਵਾਲੀ ਦਾ ਜਿਹੜਾ ਸਮਾਂ ਹੈ ਉਹ ਆਉਣ ਵਾਲਾ ਹੈ। ਤੇ ਦੀਵਾਲੀ ਦੇ ਸਮੇਂ ਤੇ ਸਾਰੇ ਥਾਵਾਂ ਤੋਂ ਦੂਰ ਨੇੜੇ ਤੋਂ ਸੰਗਤਾਂ, ਇੱਕ ਵਿਸਾਖੀ ਤੇ ਇੱਕ ਦੀਵਾਲੀ, ਇਹ ਗੁਰੂ ਕਾਲ ਤੋਂ, ਗੁਰੂ ਦੇ ਸਮੇਂ ਤੋਂ ਹੀ, ਸਹਿਬ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਹੀ ਜਿਹੜਾ ਵਿਸਾਖੀ ਦਾ ਸਮਾਂ ਹੈ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਦੀਵਾਲੀ ਦਾ ਜਿਹੜਾ ਸਮਾਂ ਹੈ, ਇਹਨਾਂ ਦੋ ਸਮਿਆਂ ਦੇ ਵਿੱਚ ਸੰਗਤਾਂ ਬਹੁਤ ਪੁਰਾਤਨ ਸਮੇਂ ਤੋਂ ਗੁਰੂ ਕੇ ਚਰਨਾਂ ਦੇ ਵਿੱਚ ਜੁੜਨ ਲੱਗ ਪਈਆਂ ਸਨ। ਤੇ ਬਾਅਦ ਵਿੱਚ ਫਿਰ ਪਾਤਸ਼ਾਹ ਜੀ ਨੇ ਸਮਾਂ ਹੀ ਇਹ ਪੱਕਾ ਰੱਖ ਦਿੱਤਾ ਸੀਗਾ ਕਿ ਭਾਈ ਜਿਹੜੇ ਮਸੰਦ ਹਨ, ਜਿਹੜੇ ਛਮਾਈ ਬਾਅਦ ਆਪਣਾ ਸੰਗਤਾਂ ਦਸਵੰਧ ਭੇਜਦੀਆਂ ਸਨ, ਤੇ ਮਸੰਦ ਲੈ ਕਰਕੇ ਸੰਗਤਾਂ ਨੂੰ, ਤੇ ਸੰਗਤਾਂ ਦੀਆਂ ਭੇਟਾਵਾਂ ਗੱਡੇ ਭਰ ਕੇ ਲੱਦ ਕੇ ਗੁਰੂ ਕੇ ਚਰਨਾਂ ਦੇ ਵਿੱਚ ਆਉਂਦੇ ਸਨ। ਤੇ ਉਸ ਵੇਲੇ ਫਿਰ ਗੁਰੂ ਸਾਹਿਬਾਨ ਆਪਣੇ ਹੀ ਟਿਕਾਣੇ ਤੇ ਰਹਿੰਦੇ ਸਨ। ਉੱਥੇ ਦੀਵਾਲੀ ਤੇ ਵਿਸਾਖੀ ਮਨਾਈ ਜਾਂਦੀ ਸੀਗੀ, ਤੇ ਸਾਰੀ ਸੰਗਤ, ਵੱਡਾ ਦੀਵਾਨ ਸਜਦਾ ਸੀਗਾ, ਵੱਡਾ ਮੇਲਾ ਲੱਗਦਾ ਸੀਗਾ, ਤੇ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਇਕੱਤਰ ਹੁੰਦੀ ਸੀ। ਬਾਅਦ ਵਿੱਚ ਵੀ ਮਿਸਲਾਂ ਦੇ ਸਮੇਂ ਵੀ ਔਰ ਸਿੱਖ ਰਾਜ ਦੇ ਸਮੇਂ ਵੀ, ਇਹ ਜਿਹੜੇ ਦੋ ਸਮੇਂ ਸਨ, ਇਹਨਾਂ ਦੋ ਸਮਿਆਂ ਦੇ ਵਿੱਚ ਸਰਬੱਤ ਖਾਲਸਾ ਇਕੱਠਾ ਹੁੰਦਾ ਰਿਹਾ ਹੈ। ਕੋਈ ਵੀ ਜਿਹੜਾ ਮਸਲਾ ਹੁੰਦਾ ਸੀਗਾ, ਕੋਈ ਸਾਂਝਾ ਮਸਲਾ, ਜਥੇਦਾਰ ਚੁਣਨਾ ਹੈ, ਕੋਈ ਧਾਰਮਿਕ ਕਾਰਜ ਕਰਨਾ ਹੈ, ਕੋਈ ਵੀ ਤਰ੍ਹਾਂ ਦੇ ਜਿਹੜੇ ਸਾਂਝੇ ਕਾਰਜ ਹੁੰਦੇ ਸਨ, ਉਹ ਸਰਬੱਤ ਖਾਲਸਾ ਦੇ ਸਮੇਂ ਹੀ ਕੀਤੇ ਜਾਂਦੇ ਸਨ। ਔਰ ਇਹਨਾਂ ਸਮਿਆਂ ਦੇ ਵਿੱਚ ਸੰਗਤ ਸਾਰੇ ਇਲਾਕਿਆਂ ਦੇ ਵਿੱਚੋਂ, ਦੂਰੋਂ ਨੇੜਿਓਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੀ ਸੀਗੀ। ਔਰ ਹੁਣ ਵੀ ਇਸੇ ਤਰ੍ਹਾਂ ਦੀਪਮਾਲਾ ਦਾ ਸਮਾਂ ਨੇੜੇ ਆ ਗਿਆ, ਕਹਿਣ ਤੋਂ ਭਾਵ ਦੀਵਾਲੀ ਦਾ ਸਮਾਂ ਨੇੜੇ ਹੈ। ਇਸ ਕਰਕੇ ਕੁਝ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹੀ ਰੁਕ ਗਈ ਹੈ, ਤੇ ਵਿਚਾਰਦੇ ਹਨ ਕਿ ਭਾਈ ਹੁਣ ਤਾਂ ਥੋੜਾ ਹੀ ਸਮਾਂ ਹੈ, ਕਿੱਥੇ ਵਾਰ-ਵਾਰ ਇਤਨੀ ਦੂਰ ਤੋਂ ਕਈਆਂ ਦਿਨਾਂ ਦਾ, ਮਹੀਨਿਆਂ ਦਾ ਸਫ਼ਰ ਤੈਅ ਕਰਕੇ ਪਹੁੰਚਿਆ ਜਾਣਾ ਹੈ, ਚਲੋ ਰੁਕ ਜਾਈਏ। ਇਹ ਵੀ ਖੁਸ਼ੀਆਂ ਦਾ ਸਮਾਂ, ਗੁਰੂ ਘਰ ਦੇ ਵਿੱਚ ਦੀਵਾਲੀ ਦਾ ਸਮਾਂ, ਬੇਅੰਤ ਪ੍ਰਚਾਰਕ ਸਹਿਬਾਨ ਜਿਹੜੇ ਦੂਰ ਨੇੜੇ ਸੰਗਤਾਂ ਦੇ ਵਿੱਚ ਵਿਚਰ ਰਹੇ ਹਨ, ਉਹ ਆਉਂਦੇ ਹਨ, ਔਰ ਸ਼ਬਦਾਂ ਦਾ ਗਾਇਨ ਹੁੰਦਾ ਹੈ, ਸੰਗਤਾਂ ਹਾਜ਼ਰ ਹੁੰਦੀਆਂ ਹਨ, ਵੱਡੀਆਂ ਭੇਟਾਵਾਂ ਆਉਂਦੀਆਂ ਹਨ, ਔਰ ਫਿਰ ਨਵੇਂ-ਨਵੇਂ ਕਾਰਜ ਆਰੰਭ ਕੀਤੇ ਜਾਂਦੇ ਹਨ। ਸੰਗਤਾਂ ਦੇ ਨਾਲ ਸਤਿਗੁਰੂ ਜੀ ਸਲਾਹ ਮਸ਼ਵਰਾ ਕਈ ਤਰ੍ਹਾਂ ਦੀ ਆਗਿਆ ਕਰਦੇ ਸਨ ਆਉਣ ਵਾਲੇ ਸਮੇਂ ਦੇ ਵਿੱਚ, ਔਰ ਐਸੇ ਸਮੇਂ ਨੂੰ ਸਾਰੀ ਸੰਗਤ ਉਡੀਕਦੀ ਹੈ। ਇਸ ਕਰਕੇ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਸੋ ਕਰ ਕੈ ਨਿਜ ਘਰ ਕੋ ਜਾਹੇ, ਵਿਚਾਰ ਕਰਦੇ ਹਨ ਕਿ ਭਾਈ ਇਹ ਕੰਮ ਕਰਕੇ ਵੀ ਆਪਾਂ ਵਾਪਸ ਆਪਣੇ ਘਰਾਂ ਨੂੰ ਦੀਵਾਲੀ ਦਾ ਸਮਾਂ ਦੇਖ ਕੇ ਫਿਰ ਜਾਵਾਂਗੇ। ਕਬ ਸਤਿਗੁਰ ਚੜ੍ਹੈ ਤੁਰੰਗ। ਔਰ ਫਿਰ ਸਤਿਗੁਰੂ ਜੀ ਇਸ ਸਮੇਂ ਕੁਝ ਦਿਨਾਂ ਬਾਅਦ ਸਤਿਗੁਰੂ ਜੀ ਘੋੜੇ ਤੇ ਚੜ੍ਹ ਜਾਂਦੇ ਹਨ। ਦੇਖੈ ਸਰਤਦਵ ਤੀਰਥ ਰੰਗ। ਤੇ ਕੀਰਤਪੁਰ ਸਾਹਿਬ ਜੀ ਦੇ ਆਸ-ਪਾਸ ਪਹਾੜਾਂ ਦੇ ਵਿੱਚ ਤੇ ਸਤਲੁਜ ਦਰਿਆ ਤੇ ਇੱਧਰ ਉੱਧਰ ਗਰੀਬ ਨਿਵਾਜ ਸਤਿਗੁਰੂ ਜੀ ਵਿਚਰਦੇ ਹਨ। ਮਨ ਮੰਦ ਹੈ ਪੰਥ ਚਲਾਵੇ। ਔਰ ਹੌਲੀ ਹੌਲੀ ਸਤਿਗੁਰੂ ਜੀ ਸਾਰਿਆਂ ਥਾਵਾਂ ਤੇ ਵਿਚਰਦੇ ਹਨ, ਘੁੰਮਦੇ ਹਨ, ਹੌਲੀ ਹੌਲੀ ਦੂਰ ਨੇੜੇ ਦਾ ਸਫ਼ਰ ਤੈਅ ਕਰਦੇ ਹਨ। ਔਰ ਨਦੀ ਦੇ ਕੰਢੇ ਕੰਢੇ ਤੇ ਬਨਸਪਤੀ ਕੁਦਰਤੀ ਦ੍ਰਿਸ਼ ਦੇਖਣ ਵਾਸਤੇ ਸ਼ਾਂਤੀ ਵਾਲੇ ਥਾਂ ਤੇ ਇੱਧਰ ਉੱਧਰ ਪਾਤਸ਼ਾਹ ਜੀ ਵਿਚਰਦੇ ਹਨ, ਕਈਆਂ ਥਾਵਾਂ ਤੇ ਜਾਂਦੇ ਹਨ। ਨੇਤਰ ਤੁੰਬ ਕੇ ਸੈਲਣ ਤਰੇ। ਔਰ ਇਸੇ ਤਰ੍ਹਾਂ ਜਿੱਥੇ ਥਾਂ, ਜਿੱਥੇ ਫਿਰ ਬਾਅਦ ਵਿੱਚ ਅਗਲੇ ਗੁਰੂ ਸਾਹਿਬਾਨਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਜਿਹੜਾ ਪਾਵਨ ਅਸਥਾਨ ਵਸਾਇਆ ਗਿਆ ਹੈ, ਇੱਧਰਲਾ ਜਿਹੜਾ ਇਲਾਕਾ ਹੈ, ਇੱਥੇ ਤੱਕ ਗਰੀਬ ਨਿਵਾਜ ਸਤਿਗੁਰੂ ਜੀ ਵਿਚਰਦੇ ਹੋਏ ਸੰਗਤਾਂ ਦੇ ਨਾਲ ਚੱਲ ਕਰਕੇ ਆਉਂਦੇ ਹਨ। ਸੈਲ ਕਰਤ ਸੁੰਦਰ ਥਲ ਫਿਰੇ। ਔਰ ਸੈਲ ਕਰਦੇ ਹੋਏ ਸਾਰੇ ਪਹਾੜਾਂ ਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਜੀ ਜਾਂਦੇ ਹਨ। ਔਰ ਉੱਚੀਆਂ ਨੀਵੀਆਂ ਜਗ੍ਹਾ ਤੇ ਇੱਧਰ ਉੱਧਰ ਗਰੀਬ ਨਿਵਾਜ ਸਤਿਗੁਰੂ ਜੀ ਹਮੇਸ਼ਾ ਕਈ ਵਾਰੀ ਸ਼ਿਕਾਰ ਖੇਡਦੇ ਹਨ, ਕਈ ਵਾਰੀ ਇਹ ਸੁੰਦਰ ਦ੍ਰਿਸ਼ ਦੇਖਣ ਵਾਸਤੇ ਪਾਤਸ਼ਾਹ ਜੀ ਚੱਲਦੇ ਹਨ। ਕਬਹੂ ਕੰਦਰਾ ਮਹਿ
ਹਏ ਪਰੇ ਰਹਿ ਔਰ ਕਈ ਵਾਰੀ ਸੰਘਣੇ ਬ੍ਰਿਸ਼ਾਂ ਦੇ ਵਿੱਚ, ਗੁਫਾਵਾਂ ਦੇ ਵਿੱਚ ਔਰ ਹੋਰ ਕਈਆਂ ਉੱਚੀਆਂ ਨੀਵੀਆਂ ਜਗ੍ਹਾ ਦੇ ਵਿੱਚ ਪਾਤਸ਼ਾਹ ਜੀ ਬੇਅੰਤ ਸੰਗਤਾਂ ਨਾਲ ਲੈ ਕਰਕੇ ਜਾਂਦੇ ਹਨ। ਕਹਿ ਭਾਨੇ ਕੋ ਸੰਗ ਚੜਾਵੇ ਔਰ ਗੁਰੂ ਕੇ ਚਰਨਾਂ ਦੇ ਵਿੱਚ, ਗੁਰੂ ਕੀ ਹਜ਼ੂਰੀ ਦੇ ਵਿੱਚ ਭਾਈ ਭਾਨਾ ਜੀ ਵਰਗੇ, ਰਾਏ ਜੋਧ ਸ਼ਾਹ ਵਰਗੇ, ਬਾਬਾ ਵਿਧੀ ਚੰਦ ਜੀ ਵਰਗੇ ਅਨੇਕਾਂ ਜਿਹੜੇ ਹੋਰ ਦਾਸ ਸੇਵਕ ਹਨ, ਇਹ ਵੀ ਨਾਲ ਚੱਲਦੇ ਹਨ। ਚੜੈ ਜੋਤ ਆਨੰਦ ਉਪਜਾਵੇ ਔਰ ਰਾਏ ਜੋਧ ਸਤਿਗੁਰਾਂ ਦਾ ਸੰਗ ਪ੍ਰਾਪਤ ਕਰਕੇ ਆਪਣੇ ਆਪ ਨੂੰ ਭਾਗਾਂ ਵਾਲਾ ਜਾਣਦਾ ਹੈ ਔਰ ਬੜਾ ਆਨੰਦਿਤ ਹੁੰਦਾ ਹੈ। ਕਿਤ ਬੈਸੈ ਥਲ ਕੋ ਨੀਕੋ ਜਾਨ ਔਰ ਕੁਝ ਥਾਵਾਂ ਤੇ ਸਤਿਗੁਰੂ ਜੀ ਵਿਚਰਦੇ ਹੋਏ ਜਿਹੜੀ ਪਾਤਸ਼ਾਹ ਜੀ ਨੂੰ ਜਗ੍ਹਾ ਚੰਗੀ ਲੱਗਦੀ ਹੈ, ਕੋਈ ਮੈਦਾਨੀ ਇਲਾਕਾ ਆਉਂਦਾ ਹੈ, ਕੋਈ ਸੋਹਣੀ ਜਗ੍ਹਾ, ਗਰੀਬ ਨਿਵਾਜ ਪਾਤਸ਼ਾਹ ਜੀ ਜਦੋਂ ਦੇਖ ਲੈਂਦੇ ਹਨ, ਲਗੈ ਸਭਨ ਕੋ ਤਹਾਂ ਦੀਵਾਨ ਫਿਰ ਸਾਰੀ ਸੰਗਤ ਉੱਥੇ ਬੈਠ ਜਾਂਦੀ ਹੈ। ਗੁਰੂ ਕੇ ਸਿੱਖ ਯੋਧੇ ਸ਼ਰਧਾਲੂ ਸਿੱਖ ਤੇ ਲੱਗੇ ਸਭਨ ਕੋ ਤਹਾਂ ਦੀਵਾਨ, ਫਿਰ ਸਾਰੀ ਸੰਗਤ ਜਦੋਂ ਇਕੱਤਰ ਹੋ ਜਾਂਦੀ ਹੈ, ਉੱਥੇ ਫਿਰ ਸੋਹਣੇ ਦੀਵਾਨ ਸਜਦੇ ਹਨ। ਸਤਿਗੁਰੂ ਜੀ ਉੱਥੇ ਬੈਠਦੇ ਹਨ, ਸੰਗਤਾਂ ਦੇ ਨਾਲ ਬਚਨ ਬਿਲਾਸ ਸਾਂਝੇ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਵਿਧੀ ਚੰਦ ਬਹੁਕਾਰ ਸੰਭਾਰੀ ਔਰ ਬਾਬਾ ਵਿਧੀ ਚੰਦ ਜੀ ਫਿਰ ਸਾਰੀ ਜ਼ਿੰਮੇਵਾਰੀ ਜਿਹੜੀ ਸੈਨਾ ਹੈ ਉਹਦੀ ਬੜੇ ਸੋਹਣੇ ਢੰਗ ਦੇ ਨਾਲ ਸੰਭਾਲਦੇ ਹਨ। ਗੁਰੂ ਸਦਨ ਕੇ ਠਾਨੈ ਸਾਰੀ ਔਰ ਬਾਅਦ ਵਿੱਚ ਵੀ ਜਦੋਂ ਸਤਿਗੁਰੂ ਜੀ ਥੋੜਾ ਸਮਾਂ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਇੱਧਰ ਉੱਧਰ ਜਾਂਦੇ ਹਨ ਤੇ ਸਾਰਾ ਧਿਆਨ ਪਿੱਛੋਂ ਬਾਬਾ ਵਿਧੀ ਚੰਦ ਜੀ ਸੋਹਣੇ ਢੰਗ ਦੇ ਨਾਲ ਰੱਖਦੇ ਹਨ। ਦਿਨ ਪ੍ਰਤ ਦੇਗ ਹੋਏ ਅਧਿਕਾਈ ਔਰ ਹੌਲੀ ਹੌਲੀ ਜਿਉਂ-ਜਿਉਂ ਦੀਵਾਲੀ ਦਾ ਸਮਾਂ ਨੇੜੇ ਆਈ ਜਾ ਰਿਹਾ ਹੈ, ਤਿਉਂ-ਤਿਉਂ ਸੰਗਤਾਂ ਦੀ ਜਿਹੜੀ ਗਿਣਤੀ ਹੈ ਉਹ ਵੱਧਦੀ ਜਾ ਰਹੀ ਹੈ ਤੇ ਦਿਨ ਪ੍ਰਤ ਦੇਗ ਹੋਏ ਅਧਿਕਾਈ, ਦਿਨ ਪ੍ਰਤ ਦਿਨ ਬਰ ਦਿਨ ਜਿਹੜਾ ਗੁਰੂ ਕਾ ਲੰਗਰ ਹੈ, ਦੇਗਾਂ ਜਿਹੜੀਆਂ ਹਨ ਉਹ ਹੋਰ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਹੋ ਰਿਹਾ ਹੈ। ਸਿੱਖ ਸੰਗਤ ਅਚਵੈ ਸਮੁਦਾਈ ਔਰ ਸੋਹਣੇ ਪਦਾਰਥ ਦੂਰ ਨੇੜੇ ਤੋਂ ਆ ਰਹੀ ਸੰਗਤ ਛਕਦੀ ਹੈ। ਆਵਣ ਜਾਣੇ ਸਮੂਹ ਹਮੇਸ਼ ਔਰ ਫਿਰ ਕਈ ਵਾਰ ਕੁਝ ਸੰਗਤ ਗੁਰੂ ਕੇ ਦੀਦਾਰ ਪ੍ਰਾਪਤ ਕਰਕੇ ਚਲੇ ਵੀ ਜਾਂਦੀ ਹੈ ਤੇ ਕੁਝ ਸੰਗਤ ਰੁਕ ਜਾਂਦੀ ਹੈ ਕਿ ਭਾਈ ਦੀਵਾਲੀ ਤੋਂ ਬਾਅਦ ਵਿੱਚ ਜਾਵਾਂਗੇ। ਤ੍ਰਿਪਤੈ ਭੋਜਨ ਦੇਗ ਅਸ਼ੇਸ਼ ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਮੇਸ਼ਾ ਦੋ ਤਰ੍ਹਾਂ ਦੇ ਲੰਗਰ ਲੱਗਦੇ ਹਨ। ਇੱਕ ਤਾਂ ਲੰਗਰ ਆ ਦੇਖੋ ਇੱਥੇ ਵੀ ਦੋ ਤਰ੍ਹਾਂ ਦੇ ਲੰਗਰ ਲੱਗੇ ਹੋਏ ਹਨ। ਇੱਕ ਹੈ ਲੰਗਰ ਗੁਰੂ ਕੇ ਸ਼ਬਦ ਦਾ, ਗੁਰੂ ਕੇ ਦਰਸ਼ਨਾਂ ਦਾ, ਗੁਰੂ ਕੇ ਗਿਆਨ ਦਾ, ਇੱਕ ਇਹ ਲੰਗਰ ਹੈ ਆ ਜਿਹੜਾ ਆਪਾਂ ਬੈਠੇ ਛਕ ਰਹੇ ਹਾਂ ਗੁਰੂ ਕੇ ਚਰਨਾਂ ਦੇ ਵਿੱਚ। ਇੱਕ ਲੰਗਰ ਬਾਹਰ ਵਰਤ ਰਿਹਾ ਹੈ, ਇੱਕ ਸਰੀਰ ਦੀ ਭੁੱਖ ਖਤਮ ਕਰਦਾ ਹੈ, ਇੱਕ ਮਨ ਦੀ ਭੁੱਖ ਖਤਮ ਕਰਦਾ ਹੈ, ਮਨ ਨੂੰ ਤ੍ਰਿਪਤ ਕਰਦਾ ਹੈ, ਮਨ ਨੂੰ ਟਿਕਾਉਂਦਾ ਹੈ, ਜਨਮ ਸਫਲ ਕਰਦਾ ਹੈ। ਔਰ ਇਹ ਦੋ ਜਿਹੜੇ ਲੰਗਰ ਸਨ ਗੁਰੂ ਕੇ ਚਰਨਾਂ ਦੇ ਵਿੱਚ ਵੀ ਚੱਲਦੇ ਹਨ। ਕਹਿਣ ਤੋਂ ਭਾਵ ਰਬਾਬੀ ਸਿੰਘ ਗੁਰਬਾਣੀ ਦਾ ਸੋਹਣਾ ਕੀਰਤਨ ਕਰਦੇ ਹਨ ਔਰ ਛੇਵੇਂ ਪਾਤਸ਼ਾਹ ਜੀ ਅਗੰਮੀ ਬਚਨ ਬਿਲਾਸ ਕਰਕੇ ਕਥਾ ਕਹਾਣੀਆਂ ਸੁਣਾ ਕਰਕੇ ਸੰਗਤਾਂ ਦੇ ਅੰਦਰੋਂ ਵਿਕਾਰ ਖਤਮ ਕਰਦੇ ਹਨ। ਗਿਆਨ ਦਾ ਔਰ ਪਦਾਰਥਾਂ ਦਾ ਜਿਹੜਾ ਲੰਗਰ ਹੈ, ਗੁਰਬਾਣੀ ਦੇ ਵਿੱਚ ਵੀ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਇੱਕ ਤਾਂ ਇਹ ਲੰਗਰਾਂ ਦਾ ਜ਼ਿਕਰ ਹੈ। ਇੱਕ ਲੰਗਰ ਚੱਲੈ ਗੁਰ ਸ਼ਬਦ ਹਰ ਤੋੜ ਨਾ ਆਵੇ ਖੱਟੀ ਹੈ, ਇੱਕ ਗੁਰੂ ਦੇ ਸ਼ਬਦ ਦਾ ਲੰਗਰ ਹੈ, ਇਹਦੀ ਵੀ ਕੋਈ ਘਾਟ ਨਹੀਂ ਹੈ। ਆਪਣੀ ਆਪਣੀ ਸਮਰੱਥਾ ਹੈ, ਭਾਵਨਾ ਹੈ, ਸ਼ਰਧਾ ਹੈ। ਦੋ ਤਰ੍ਹਾਂ ਦਾ ਜਿਹੜਾ ਲੰਗਰ ਹੈ ਉਹ ਸਾਨੂੰ ਵੀ ਛਕਣਾ ਚਾਹੀਦਾ ਹੈ। ਜਿੱਥੇ ਜਦੋਂ ਆਪਾਂ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਾਂਦੇ ਹਾਂ ਤੇ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਵੀ ਕੋਈ ਨਾ ਕੋਈ ਸਰਵਣ ਕਰਕੇ ਉਹਨੂੰ ਪੱਲੇ ਬੰਨ੍ਹ ਕੇ ਨਾਲ ਲੈ ਕੇ ਜਾਈਏ। ਕੋਈ ਨਾ ਕੋਈ ਗੁਰੂ ਦਾ ਸ਼ਬਦ ਆਪਣੇ ਪੱਲੇ ਜੀਵਨ ਦੇ ਵਿੱਚ ਧਾਰਨ ਕਰਕੇ ਲੈ ਕੇ ਜਾਈਏ। ਜਦੋਂ ਸਬੱਬ ਮਿਲਦਾ ਹੈ ਗੁਰੂ ਕੇ ਚਰਨਾਂ ਦੇ ਵਿੱਚ ਬੈਠਣ ਦਾ, ਕਦੇ ਸਾਨੂੰ ਅਵਸਰ ਮਿਲਦਾ ਹੈ। ਇੱਕ ਤਾਂ ਸੰਗਤ ਵਿੱਚੋਂ ਵੀ ਇਹ ਆਪਣੀ ਮਨ ਦੀ ਜਿਹੜੀ ਭੁੱਖ ਹੈ ਉਹ ਖਤਮ ਕਰਕੇ ਤ੍ਰਿਪਤ ਹੋ ਕੇ ਗੁਰੂ ਕੇ ਚਰਨਾਂ ਦੇ ਵਿੱਚੋਂ ਮਨ ਕਰਕੇ ਰੱਜ ਕੇ ਜਾਈਏ। ਬਾਹਰ ਜਿਹੜਾ ਲੰਗਰ ਚੱਲਿਆ ਹੈ, ਕਿਉਂਕਿ ਹੁਣ ਕਈ ਵਾਰੀ ਜੋੜ ਮੇਲਿਆਂ ਤੇ ਬਹੁਤਾ ਸਾਡਾ ਧਿਆਨ ਬਾਹਰੀ ਲੰਗਰ ਦੇ ਵਿੱਚ ਰਹਿ ਜਾਂਦਾ ਹੈ। ਕਈ ਤਰ੍ਹਾਂ ਦੇ ਜਿਹੜੇ ਲੰਗਰ ਚੱਲ ਰਹੇ ਹਨ ਕਿ ਭਾਈ ਫਲਾਣੇ ਥਾਂ ਤੇ ਆ ਵੀ ਲੰਗਰ ਲੱਗਾ, ਆ ਵੀ ਲੰਗਰ ਲੱਗਾ, ਆ ਵੀ ਲੰਗਰ ਲੱਗਾ। ਤੇ ਜੇ ਪੁੱਛੀਏ ਨਾ ਕਿ ਭਾਈ ਸ਼ਬਦ ਕਿਹੜਾ ਸੁਣ ਕੇ ਆਇਓ, ਸਿੱਖ ਕੇ ਕੀ ਆਇਓ,
ਕਿਹੜਾ ਬਚਨ ਗੁਰੂ ਕੇ ਚਰਨਾਂ ਦੇ ਵਿੱਚੋਂ ਲੈ ਕੇ ਆਇਓ, ਤੇ ਫਿਰ ਸਾਡੇ ਕੋਲ ਕਈ ਵਾਰੀ ਕੋਈ ਜਵਾਬ ਨਹੀਂ ਹੁੰਦਾ। ਆਪਾਂ ਆਖਦੇ ਨਾ ਕਿ ਭਾਈ ਅਸੀਂ ਹਜੂਰ ਸਾਹਿਬ ਗਏ, ਅਸੀਂ ਆਨੰਦਪੁਰ ਸਾਹਿਬ ਗਏ, ਅਸੀਂ ਇਸ ਜਗ੍ਹਾ 'ਤੇ ਗਏ, ਜੇ ਆਖੇ ਕਿ ਸਿੱਖ ਕੇ ਕੀ ਆਏ, ਗੁਰੂ ਕਾ ਬਚਨ ਕੀ ਲੈ ਕੇ ਆਏ, ਫਿਰ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ। ਇਸ ਕਰਕੇ ਜਿੱਥੇ ਬਾਹਰੀ ਲੰਗਰਾਂ ਦੀ ਗੱਲ ਕਰਦੇ ਨਾ ਖੁਸ਼ ਹੋ ਕੇ ਕਿ ਫਲਾਣੀ ਥਾਂ 'ਤੇ ਆਹ ਲੰਗਰ ਛਕਿਆ, ਫਲਾਣੀ ਥਾਂ 'ਤੇ ਆਹ ਲੰਗਰ ਛਕਿਆ, ਉੱਥੇ ਆਪਣੇ ਮਨ ਦੀ ਵੀ ਜਿਹੜੀ ਭੁੱਖ ਖਤਮ ਕਰਿਆ ਕਰੀਏ, ਕਿਤੇ ਦੱਸਣ ਦੇ ਯੋਗ ਹੋਈਏ ਕਿ ਫਲਾਣੇ ਥਾਂ ਤੋਂ ਅਸੀਂ ਆਹ ਸ਼ਬਦ ਸੁਣਿਆ, ਫਲਾਣੇ ਥਾਂ ਤੋਂ ਅਸੀਂ ਆਹ ਗੁਰੂ ਕਾ ਸ਼ਬਦ ਧਾਰਨ ਕੀਤਾ, ਫਲਾਣੇ ਥਾਂ ਤੋਂ ਆਹ ਸਿੱਖ ਕੇ ਆਏ, ਇੱਥੇ ਆਹ ਵਿਚਾਰ ਸੁਣਾਏ ਗਏ, ਇੱਥੇ ਆਹ ਸ਼ਬਦ ਗਾਇਆ ਗਿਆ। ਇਹ ਆਪਣੀ ਆਪਣੀ ਭਾਵਨਾ ਹੈ, ਆਪਣੀ ਆਪਣੀ ਭਾਵਨਾ ਦੇ ਮੁਤਾਬਕ ਸਾਰੇ ਚੱਲ ਕੇ ਆਉਂਦੇ ਹਨ। ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੀ ਇਹ ਲੰਗਰ ਚੱਲ ਰਹੇ ਹਨ। ਬੇਅੰਤ ਗੁਰੂ ਕੇ ਪਿਆਰੇ ਆ ਕਰਕੇ ਛਕਦੇ ਹਨ, ਤ੍ਰਿਪਤ ਹੁੰਦੇ ਹਨ। ਨਾਨਾ ਭਾਂਤ ਬਨੈ ਰਸਵਾਦ। ਔਰ ਕਈ ਤਰ੍ਹਾਂ ਦੇ ਜਿੱਥੇ ਸ਼ਬਦ ਗਾਏ ਜਾ ਰਹੇ ਹਨ, ਗੁਰੂ ਕੇ ਭੱਟ ਸਾਹਿਬਾਨ, ਗੁਰੂ ਕੇ ਰਾਗੀ ਸਾਹਿਬਾਨ, ਰਬਾਬੀ ਸਿੰਘ ਸਾਹਿਬਾਨ ਗਾਉਂਦੇ ਹਨ। ਉੱਥੇ ਫਿਰ ਜਿਹੜੇ ਲਾਂਗਰੀ ਸਿੰਘ ਹਨ ਉਹ ਵੀ ਕਈ ਤਰ੍ਹਾਂ ਦੇ ਸੰਗਤਾਂ ਵਾਸਤੇ ਸੋਹਣੇ ਪਕਵਾਨ ਵੀ ਤਿਆਰ ਕਰਦੇ ਹਨ। ਨਾਨਾ ਭਾਂਤ ਬਣੇ ਰਸ ਸਵਾਦ, ਕਈ ਢੰਗਾਂ ਦਾ ਸੋਹਣਾ ਰਸ ਗੁਰੂ ਕੇ ਚਰਨਾਂ ਦੇ ਵਿੱਚ ਅੰਮ੍ਰਿਤ ਇਹ ਬਣਦਾ ਹੈ। ਮਿਲੈ ਸੰਤ ਸਿੱਖ ਭਨ ਸੰਵਾਦ। ਔਰ ਸਾਰੇ ਸਿੱਖ ਮਿਲ ਸੰਤ ਸਿੱਖ ਭਨ ਸੰਵਾਦ, ਸਾਰੇ ਸਿੱਖ ਸੰਗਤ ਰਲ ਕੇ ਤੇ ਸੰਵਾਦ ਹੁੰਦਾ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਠੋ ਸਫਾ ਵਿਛਾਈ। ਕਹਿਣ ਤੋਂ ਭਾਵ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਵਿਚਾਰ ਸੁਣ ਕੇ, ਗਿਆਨ ਸੁਣ ਕੇ ਮਨ ਦੇ ਭਰਮ ਭੁਲੇਖੇ ਦੂਰ ਹੁੰਦੇ ਹਨ। ਅੱਜ ਦਾ ਜਿਹੜਾ ਸ਼ਬਦ ਹੈ ਨਾ ਭਾਦਰੋਂ ਦਾ, ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਇਹ ਜਿਹੜਾ ਸ਼ਬਦ ਵੀ ਹੈ ਉਹ ਵੀ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਭਾਈ ਜਿਹੜਾ ਕੋਈ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਬੈਠਦਾ ਹੈ ਨਾ, ਜਿਹਦੀ ਸੁਰਤੀ ਸ਼ਬਦ ਦੇ ਵਿੱਚ ਹੈ, ਵਿਚਾਰ ਦੇ ਵਿੱਚ ਹੈ, ਗੁਰੂ ਕੇ ਉਪਦੇਸ਼ ਦੇ ਵਿੱਚ ਹੈ, ਤੇ ਅੱਜ ਦਾ ਭਾਦਰੋਂ ਦਾ ਮਹੀਨਾ ਵੀ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਇਹ ਸਿੱਖੋ, ਉਹਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਭਰਮ ਨਹੀਂ ਰਹਿ ਜਾਏਗਾ, ਉਹਦੇ ਮਨ ਦੇ ਵਿੱਚ ਦੁਬਿਧਾ ਨਹੀਂ ਰਹਿ ਜਾਏਗੀ, ਡਰ ਨਹੀਂ ਰਹਿ ਜਾਏਗਾ, ਚਿੰਤਾ ਨਹੀਂ ਰਹਿ ਜਾਏਗੀ। ਜਿਹੜਾ ਸ਼ਬਦ ਦੇ ਵਿੱਚ ਸੁਰਤੀ ਜੋੜੇਗਾ, ਭਾਦੋਏ ਭਰਮ ਭੁਲਾਣੀਆਂ, ਤੁਹਾਡੇ ਮਨਾਂ ਦਾ ਸਾਰੇ ਤਰ੍ਹਾਂ ਦਾ ਭਰਮ ਗੁਰੂ ਖਤਮ ਕਰ ਦੇਗਾ। ਵਿਸ਼ਵਾਸ ਸ਼ਰਧਾ ਗੁਰੂ ਕੇ ਚਰਨਾਂ ਦੇ ਵਿੱਚ ਬਣ ਜਾਏਗੀ, ਪਰ ਜੇ ਸ਼ਬਦ ਦੇ ਨਾਲ ਜੁੜਾਂਗੇ। ਤੇ ਇੱਥੇ ਵੀ ਸਾਰੀ ਸਿੱਖ ਸੰਗਤ ਰਲ ਕੇ ਆਪਣੇ ਮਨਾਂ ਦੇ ਸਵਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੁੱਛਦੇ ਹਨ, ਤੇ ਪਾਤਸ਼ਾਹ ਜੀ ਸੋਹਣੇ ਢੰਗ ਦੇ ਨਾਲ ਜਵਾਬ ਦੇ ਕਰਕੇ ਮਨ ਦੇ ਵਿੱਚ ਜਿਹੜੇ ਸ਼ੰਕੇ, ਵਹਿਮ, ਭਰਮ, ਦੁਬਿਧਾ ਸਤਿਗੁਰੂ ਜੀ ਨਾਸ਼ ਕਰ ਦਿੰਦੇ ਹਨ। ਸਤਿਗੁਰ ਸਭਾ ਲਗਾਵੈ ਜਬ ਹੂੰ। ਔਰ ਸਤਿਗੁਰੂ ਜੀ ਜਦੋਂ ਫਿਰ ਇਸ ਤਰ੍ਹਾਂ ਦੀ ਸਭਾ ਲਗਾ ਕੇ, ਦੀਵਾਨ ਲਗਾ ਕਰਕੇ ਬੈਠਦੇ ਹਨ, ਦਰਸੈ ਲਗ ਦੀਰਘ ਮਿਲ ਸਭ ਹੂੰ। ਤੇ ਸਾਰੇ ਫਿਰ ਬੜੇ ਡੂੰਘੇ ਗੁਰੂ ਕੇ ਬਚਨ ਸੁਣ ਕੇ ਵਿਸ਼ਾਲ ਦਰਸ਼ਨ ਪ੍ਰਾਪਤ ਕਰਕੇ ਗੁਰੂ ਕੇ ਨਿਹਾਲ ਹੁੰਦੇ ਹਨ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨਾਂ ਦੇ ਵਿੱਚ ਬਹੁਤ ਵੱਡਾ ਬਲ ਹੈ, ਤਾਕਤ ਹੈ, ਪਰ ਜੇ ਉਸ ਭਾਵਨਾ ਦੇ ਨਾਲ ਜੇਕਰ ਕੋਈ ਗੁਰੂ ਕਾ ਸਿੱਖ ਦੀਦਾਰ ਕਰੇ ਤਾਂ ਆਨੰਦ ਹੈ। ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਕਿਤੇ ਰੰਗ ਤਮਾਸ਼ਿਆਂ ਤੱਕ ਹੀ ਨਾ ਸੀਮਤ ਰਹਿ ਜਾਈਏ। ਭਾਵਨਾ ਸਹਿਤ ਗੁਰੂ ਕੇ ਦੀਦਾਰ, ਗੁਰੂ ਕੇ ਬਚਨ ਲੈ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਜਾਈਏ। ਬੇਅੰਤ ਸੰਗਤਾਂ ਵਿਸ਼ਾਲ ਬਚਨ ਸੁਣ ਕਰਕੇ ਛੇਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ ਨਿਹਾਲ ਹੋ ਕਰਕੇ ਪਰਤਦੇ ਹਨ। ਹੱਥ ਜੋੜ ਗੁਰਮੁਖ ਤੇ ਬੈਨ। ਔਰ ਹੱਥ ਜੋੜ ਕਰਕੇ ਭਾਵਨਾ ਦੇ ਨਾਲ ਅੰਮ੍ਰਿਤਮਈ ਗੁਰੂ ਕੇ ਬੈਨ, ਗੁਰੂ ਕੇ ਸ਼ਬਦ, ਗੁਰੂ ਕੇ ਬਚਨ ਸੁਣਦੇ ਹਨ। ਸੁਨੈ ਭਗਤ ਆਤਮ ਰਸ ਲੈਨ। ਔਰ ਗੁਰੂ ਕੇ ਭਗਤ, ਗੁਰਬਾਣੀ ਦੇ ਰਸੀਏ, ਕੀਰਤਨ ਦੇ ਸ਼ਰਧਾਲੂ, ਵਿਚਾਰਾਂ ਦੇ ਚਾਹਵਾਨ ਜਿਹੜੇ ਹਨ, ਉਹ ਬੈਠ ਕੇ ਫਿਰ ਰੱਜਦੇ ਨਹੀਂ। ਸੁਣੇ ਭਗਤ ਆਤਮ ਰਸ ਐਨ, ਸੁਣ ਕੇ ਉਹਨਾਂ ਦਾ ਮਨ ਤ੍ਰਿਪਤ ਨਹੀਂ ਹੁੰਦਾ, ਮਨ ਕਰਦਾ ਹੈ ਹੋਰ ਬਚਨ ਸੁਣੀ ਜਾਈਏ, ਹੋਰ ਸੁਣੀ ਜਾਈਏ। ਐ ਆਨੰਦਿਤ ਹੋ ਜਾਂਦੇ ਹਨ, ਰਸ ਦੇ ਵਿੱਚ ਲੀਨ ਹੋ ਜਾਂਦੇ ਹਨ।
ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਸੰਗਤ ਜੁੜਦੀ ਹੈ ਤੇ ਗੁਰੂ ਕੇ ਬਚਨ ਮੰਨ ਕੇ ਗੁਰੂ ਦੇ ਹੁਕਮ ਦੇ ਵਿੱਚ ਚੱਲ ਕੇ ਆਪਣਾ ਜੀਵਨ ਸਫਲ ਕਰਦੀ ਹੈ, ਨਿਹਾਲ ਹੁੰਦੀ ਹੈ। ਸਤਿਗੁਰਾਂ ਦਾ ਇਹ ਲੜੀਵਾਰ ਇਤਿਹਾਸ ਆਪਾਂ ਸਰਵਣ ਕਰ ਰਹੇ ਸੀ। ਆਓ 10 ਕੁ ਮਿੰਟ ਦਾ ਸਮਾਂ ਬਾਕੀ ਹੈ ਔਰ ਭਾਦਰੋਂ ਦਾ ਜਿਹੜਾ ਮਹੀਨਾ ਹੈ ਉਸ ਪਰਥਾਏ ਜਿਹੜਾ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਸ ਬਾਰੇ ਵੀ ਕੁਝ ਬਚਨ ਸਾਂਝੇ ਕਰਦੇ। ਇੱਕ ਵਾਰੀ ਸਾਰੀ ਸੰਗਤ ਰਸਨਾ ਨੂੰ ਉਚਾਰਨ ਕਰੋ, ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਇਹ ਕਿਰਪਾ ਕਰਦੇ ਹਨ, ਗੁਰਮੁਖੋ ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਭਾਦਰੋਂ ਦੇ ਮਹੀਨੇ ਦੇ ਵਿੱਚ ਜਿਹੜੇ ਤਾਂ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਏ, ਉਹਨਾਂ ਦੇ ਅੰਦਰੋਂ ਸਾਰੇ ਵਿਕਾਰ ਵਹਿਮ ਭਰਮ ਖਤਮ ਹੋ ਗਏ। ਪਰ ਜਿਨ੍ਹਾਂ ਦਾ ਮਨ ਡੋਲਦਾ ਸੀਗਾ, ਜਿਨ੍ਹਾਂ ਦਾ ਖਿਆਲ ਕਈਆਂ ਥਾਵਾਂ ਤੇ ਸੀਗਾ, ਜਿਨ੍ਹਾਂ ਨੇ ਇੱਕ ਤੇ ਭਰੋਸਾ ਨਹੀਂ ਰੱਖਿਆ, ਇੱਕ ਤੇ ਗੁਰਮੁਖੋ ਗੱਲ ਤਾਂ ਬਣਦੀ ਹੈ ਜੇ ਇੱਕ ਤੇ ਭਰੋਸਾ ਕਿਤੇ ਆ ਜਾਵੇ, ਸਾਡਾ ਇੱਕ ਤੇ ਭਰੋਸਾ ਅਸੀਂ ਰੱਖ ਲਈਏ। ਸਤਿਗੁਰੂ ਜੀ ਸਾਨੂੰ ਹੁਕਮ ਕਰਕੇ ਗਏ ਹਨ, ਦਸਮ ਪਿਤਾ ਜੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਬਚਨ ਕਰਕੇ ਪਾਤਸ਼ਾਹ ਜੀ ਗਏ, ਬੜਾ ਸਮਾਂ ਹੋ ਗਿਆ ਹੈ, ਪਰ ਅੱਜ ਵੀ ਕਈ ਵਾਰੀ ਗੁਰੂ ਕੇ ਸਿੱਖ ਸ਼ਬਦ ਦੇ ਉੱਪਰ ਸਾਡਾ ਬਹੁਤਾ ਭਰੋਸਾ ਨਹੀਂ ਹੈ। ਇੱਧਰ ਉੱਧਰ ਮੜੀਆਂ ਕਬਰਾਂ ਤੇ, ਦੀਵਿਆਂ ਤੇ, ਬਾਬਿਆਂ ਤੇ, ਜਗ੍ਹਾ ਤੇ, ਕਈਆਂ ਤੇ, ਜਠੇਰਿਆਂ ਵਡੇਰਿਆਂ ਤੇ, ਬੜਿਆਂ ਥਾਵਾਂ ਤੇ ਪੱਥਰਾਂ ਤੇ ਭਰੋਸਾ ਹੈ, ਨਗਾਂ ਵਾਲੀਆਂ ਮੁੰਦਰੀਆਂ ਤੇ ਭਰੋਸਾ ਹੈ, ਪੰਡਤਾਂ ਦੇ ਟੇਵਿਆਂ ਤੇ ਭਰੋਸਾ ਹੈ, ਪੱਤਰੀਆਂ ਤੇ ਭਰੋਸਾ ਹੈ, ਕਿਸੇ ਖਾਸ ਬਾਬੇ ਦੇ ਜਲ ਤੇ ਪੁੜੀਆਂ ਤੇ ਭਰੋਸਾ ਹੈ। ਬੇਨਤੀ ਹੈ, ਗਰੀਬ ਨਿਵਾਜ ਪਾਤਸ਼ਾਹ ਜੀ ਬਚਨ ਕਰ ਰਹੇ ਹਨ, ਕਹਿਣ ਲੱਗੇ ਭਾਦਰੋਂ ਦਾ ਮਹੀਨਾ ਪ੍ਰੇਰਨਾ ਦਿੰਦਾ ਹੈ ਕਿ ਭਾਈ ਇੱਕ ਦਾ ਹੋ, ਇੱਕ ਮਾਲਕ ਤੇ ਭਰੋਸਾ ਰੱਖ। ਮੈਂ ਕਈ ਵਾਰੀ ਇੱਕ ਉਦਾਹਰਨ ਸਾਂਝੀ ਕੀਤੀ ਹੈ। ਦੇਖੋ, ਇੱਕ ਲੀਡਰ ਦੇ ਨਾਲ ਵੀ ਬੰਦਾ ਚੰਗੀ ਤਰ੍ਹਾਂ ਨਾ ਚੱਲੇ ਤੇ ਉਹ ਵੀ ਅਗਾਂਹ ਗੱਲ ਨਹੀਂ ਸੁਣਦਾ ਕਿ ਭਾਈ ਤੇਰਾ ਤਾਂ ਭਰੋਸਾ ਹੀ ਕੋਈ ਨਹੀਂ ਹੈ, ਤੂੰ ਤਾਂ ਫਲਾਣੀ ਜਗ੍ਹਾ ਤੇ ਵੀ ਤੁਰਿਆ ਫਿਰਦਾ ਸੀ, ਕੱਲ੍ਹ ਕਿਸੇ ਪਾਰਟੀ ਦੇ ਨਾਲ, ਪਰਸੋਂ ਕਿਸੇ ਪਾਰਟੀ ਦੇ ਨਾਲ। ਉਹ ਵੀ ਆਖੇਗਾ ਮੈਂ ਨਹੀਂ ਤੇਰੀ ਮਦਦ ਕਰ ਸਕਦਾ, ਪਹਿਲਾਂ ਚੰਗੀ ਤਰ੍ਹਾਂ ਸਾਡੇ ਨਾਲ ਚੱਲਣਾ ਪਏਗਾ, ਫਿਰ ਜਿੱਥੇ ਕਹੇਗਾ ਉੱਥੇ ਹੀ ਆਵਾਂਗੇ। ਇਸ ਕਰਕੇ ਇੱਕ ਦੇ ਨਾਲ ਜੁੜਨਾ ਹੀ ਪਏਗਾ ਤਾਂ ਗੱਲ ਬਣੇਗੀ। ਹੁਣ ਸਤਿਗੁਰਾਂ ਨੇ ਬਚਨ ਕੀਤਾ, ਭਾਦੋਏ ਭਰਮ ਭੁਲਾਣੀਆਂ, ਭਾਦਰੋਂ ਦੇ ਮਹੀਨੇ ਦੇ ਵਿੱਚ ਭੁੱਲੇ ਹੋਏ ਉਹ ਹਨ, ਭੜਕਾਂ ਥਾਂ ਥਾਂ ਤੇ ਠੋਕਰਾਂ ਉਹ ਖਾ ਰਹੇ ਹਨ। ਦੂਜੈ ਲੱਗਾ ਹੇਤ, ਜਿਨ੍ਹਾਂ ਦਾ ਧਿਆਨ ਦੂਜੇ ਪਾਸੇ ਵੀ ਹੈ, ਗੁਰੂ ਕੇ ਚਰਨਾਂ ਦੇ ਵਿੱਚ ਵੀ ਆ ਗਏ ਔਰ ਫਿਰ ਧਿਆਨ ਭੜਕ ਵੀ ਰਿਹਾ ਹੈ। ਫਲਾਣੀ ਥਾਂ ਤੇ ਨਾ ਗਏ, ਪਤਾ ਨਹੀਂ ਕੀ ਹੋ ਜਾਣਾ ਹੈ, ਕਿਤੇ ਫਲਾਣੀ ਜਗ੍ਹਾ ਨਾ ਰਹਿ ਜਾਏ। ਵੀਰਵਾਰ ਦਾ ਵੀ ਦਿਨ ਨਹੀਂ ਭੁੱਲਿਆ, ਹੋਰ ਵੀ ਕਈਆਂ ਥਾਵਾਂ ਦਾ ਦਿਨ ਨਹੀਂ ਭੁੱਲਿਆ ਕਿ ਉੱਥੇ ਵੀ ਦੀਵਾ ਜਗਾਉਣਾ ਹੈ। ਇਸ ਕਰਕੇ ਗੁਰੂ ਕੇ ਸਿੱਖਾ ਇੱਕ ਤੇ ਭਰੋਸਾ ਰੱਖ। ਸਤਿਗੁਰਾਂ ਨੇ ਬਚਨ ਕੀਤਾ, ਭਾਈ ਦੂਜੇ ਦੇ ਨਾਲ ਜਿਹਦਾ ਹੇਤ ਲੱਗਾ ਹੈ, ਜਿਹਦਾ ਧਿਆਨ ਵਿਖਰਿਆ ਹੋਇਆ ਹੈ, ਬਹੁਤੇ ਜਿਨ੍ਹਾਂ ਨੇ ਰਾਹ ਧਾਰਨ ਕੀਤੇ ਹਨ, ਜਾਂ ਆਪਾਂ ਕਈ ਵਾਰੀ ਸਿੱਧਾ ਜਿਹਾ ਇੱਕ ਸ਼ਬਦ ਵਰਤਦੇ ਹਾਂ, ਬਹੁਤੀਆਂ ਬੇੜੀਆਂ ਦੇ ਵਿੱਚ, ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਪਾਰ ਨਹੀਂ ਹੁੰਦਾ, ਇੱਕ ਦੇ ਨਾਲ ਜੁੜਨਾ ਪਏਗਾ। ਤੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਜਿਨ੍ਹਾਂ ਦਾ ਦੂਜੇ ਦੇ ਨਾਲ ਨਹੀਂ ਲੱਗਾ ਹੈ ਨਾ, ਉਹ ਹਮੇਸ਼ਾ ਭੜਕਦੇ ਹਨ, ਥਾਂ ਥਾਂ ਤੇ ਠੋਕਰਾਂ ਖਾਂਦੇ ਹਨ। ਤੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤਾ। ਇੱਕ ਉਦਾਹਰਨ ਪਾਤਸ਼ਾਹ ਜੀ ਨੇ ਦਿੱਤੀ ਹੈ ਇੱਥੇ, ਬੜੀ ਖੂਬਸੂਰਤ ਹੈ। ਇੱਕ ਇਸਤਰੀ ਬਹੁਤ ਸੋਹਣਾ ਸ਼ਿੰਗਾਰ ਕਰ ਲਵੇ, ਬਹੁਤ ਖੂਬਸੂਰਤ ਸੋਹਣਾ ਸ਼ਿੰਗਾਰ ਕੀਤਾ ਹੈ, ਪਰ ਜੇ ਉਹ ਇੱਕ ਪਤੀ ਦੇ ਨਾਲ ਨਹੀਂ ਨਾ ਜੁੜੀ, ਉਹਦਾ ਕੋਈ ਇੱਜ਼ਤ ਮਾਣ ਨਹੀਂ ਹੈ। ਉਹਦਾ ਹਾਰ ਸ਼ਿੰਗਾਰ ਤਾਂ ਸਫਲ ਹੈ ਜੇ ਜੀਵਨ ਦੇ ਵਿੱਚ ਉੱਚੀ ਸੁੱਚੀ ਹੈ ਤੇ ਇੱਕ ਪਤੀ ਦੇ ਨਾਲ ਜੁੜੀ ਹੋਈ ਹੈ। ਜੇ ਪਤੀ ਬਹੁਤੇ ਨਾ, ਭਾਵੇਂ ਕਿੰਨਾ ਵੀ ਸੁਨੱਖਾ ਰੂਪ ਹੋਵੇ, ਕਿੰਨੇ ਵੀ ਸੋਹਣੇ ਹਾਰ ਸ਼ਿੰਗਾਰ ਕਈ ਤਰ੍ਹਾਂ ਦੇ ਕੀਤੇ ਹੋਣ, ਉਹ ਕਿਸੇ ਕੰਮ ਨਹੀਂ ਹੈ। ਉਹਨਾਂ ਨੂੰ ਸੰਸਾਰ ਦੇ ਵਿੱਚ ਸੋਭਾ ਨਹੀਂ ਮਿਲਦੀ, ਵਡਿਆਈ ਨਹੀਂ ਮਿਲਦੀ। ਇਹ ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ। ਇਹ ਭਾਈ ਇਕੱਲੇ ਪਹਿਰਾਵੇ ਪਾ ਕੇ ਨਾ ਤੁਰਿਆ ਫਿਰੀ, ਜਿਸ ਤਰ੍ਹਾਂ ਇਸਤਰੀ ਸ਼ਿੰਗਾਰ ਕਰਕੇ ਚੱਲੀ ਫਿਰੇ, ਪਰ ਉਹਨੂੰ ਇੱਜ਼ਤ ਨਹੀਂ ਪ੍ਰਾਪਤ ਹੁੰਦੀ ਜੇ ਇੱਕ ਦੇ ਨਾਲ ਨਹੀਂ ਜੁੜੀ। ਇਸ ਕਰਕੇ ਇਹ ਭਾਈ
ਤੂੰ ਵੀ ਕਿਤੇ ਇੱਧਰ ਉੱਧਰ ਭਟਕਦਾ ਨਾ ਫਿਰੀ, ਇੱਕ ਦੇ ਨਾਲ ਜੁੜੀ ਤਾਂ ਗੁਰੂ ਪ੍ਰਸੰਨ ਹੋਏਗਾ, ਖੁਸ਼ ਹੋਏਗਾ। ਅਗਲਾ ਬਚਨ ਕੀਤਾ ਸਤਿਗੁਰਾਂ ਨੇ, ਜਿਤ ਦਿਨ ਦੇ ਬਿਨ ਸਸੇ ਤਿਤ ਵੇਲੇ ਕੈਸਨ ਪ੍ਰੇਤ। ਬੜਾ ਮਾਣ ਹੈ ਆਪਣੇ ਸਰੀਰ ਦੇ ਉੱਪਰ, ਆਪਣੇ ਪਰਿਵਾਰ ਤੇ, ਪਦਾਰਥਾਂ ਤੇ, ਮਾਇਆ ਤੇ। ਕਹਿਣ ਲੱਗੇ ਜਿਹੜੇ ਦਿਨ ਦੇਹ ਬਿਨਸ ਗਈ ਨਾ, ਸਵਾਸ ਪੂਰੇ ਹੋ ਗਏ, ਤੇ ਉਸ ਵੇਲੇ ਜਿਨ੍ਹਾਂ ਦੇ ਨਾਲ ਆਖਦਾ ਨਾ ਮੇਰਾ ਨੇਹ ਬੜਾ ਹੈ ਜਾਂ ਪਰਿਵਾਰ ਤਾਂ ਮੇਰੇ ਤੋਂ ਬਿਨਾਂ ਘੜੀ ਨਹੀਂ ਜਿਉਂਦਾ, ਉਹਨਾਂ ਨੇ ਆਖਣ ਲੱਗ ਪੈਣਾ ਇਹ ਭੂਤ ਬਣ ਗਿਆ ਹੈ, ਹੁਣ ਇਹਨੂੰ ਕੱਢੋ, ਛੱਡ ਕੇ ਆਓ ਛੇਤੀ। ਜਿਤ ਦਿਨ ਤੂੰ ਜਿਹਦੇ ਵਾਸਤੇ ਪਰਿਵਾਰ ਦੇ ਪਿੱਛੇ ਲੱਗ ਕੇ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ, ਇੱਕ ਦਿਨ ਉਹਨਾਂ ਨੇ ਆਖਣਾ ਹੈ ਕਿ ਭਾਈ ਇਹ ਹੁਣ ਪ੍ਰੇਤ ਹੋ ਗਿਆ, ਇਹ ਭੂਤ ਬਣ ਗਿਆ। ਆਪਾਂ ਦੇਖਦੇ ਨਾ ਘਰਾਂ ਦੇ ਵਿੱਚ, ਫਿਰ ਜਿਹੜਾ ਉਹੀ ਬੰਦਾ ਘਰ ਦੇ ਵਿੱਚ ਜਿਹੜੇ ਬਿਸਤਰਿਆਂ 'ਤੇ ਸੌਂਦਾ ਹੈ ਨਾ, ਫਿਰ ਪਰਿਵਾਰ ਵਾਲੇ ਆਖ ਦਿੰਦੇ ਨੇ ਇਹ ਬਿਸਤਰੇ 'ਤੇ ਨਾ ਉਹ ਸੌਂਦਾ ਰਿਹਾ ਹੈ, ਇਹ ਵੀ ਗੁਰੂ ਘਰ ਦੇ ਵਿੱਚ ਦੇ ਆਓ, ਇਹ ਕਿਸੇ ਨੂੰ ਦਾਨ ਕਰ ਦਿਓ। ਉਹਦੇ ਵਿੱਚੋਂ ਵੀ ਡਰ ਆਉਂਦਾ ਹੈ। ਦੇਖ ਇੰਨਾ ਕੋ ਨੇ ਹੈ ਤੇਰਾ, ਜਦੋਂ ਤੂੰ ਚੱਲ ਵਸਿਆ ਤੇਰੀਆਂ ਚੀਜ਼ਾਂ ਦੇ ਵਿੱਚੋਂ ਵੀ ਬਾਕੀ ਪਰਿਵਾਰ ਡਰੇਗਾ, ਤੈਨੂੰ ਭੂਤ ਕਹਿਣਗੇ। ਜੇ ਕਿਸੇ ਦੇ ਸੁਪਨੇ ਦੇ ਵਿੱਚ ਵੀ ਆ ਗਿਆ ਨਾ, ਉਹਨਾਂ ਨੇ ਵੀ ਫਿਰ ਇੱਧਰ ਉੱਧਰ ਤੁਰਦੇ ਫਿਰਨਾ ਕਿ ਉਹ ਸੁਪਨੇ ਦੇ ਵਿੱਚ ਆ ਰਿਹਾ ਸੀ, ਪਤਾ ਨਹੀਂ ਕਿਉਂ। ਇਸ ਕਰਕੇ ਭਾਈ ਜੇ ਨੇਹ ਕਰਨਾ ਹੈ ਨਾ, ਇੱਕ ਪਰਮਾਤਮਾ ਦੇ ਨਾਲ, ਅਕਾਲ ਪੁਰਖ ਦੇ ਨਾਲ ਕਰ। ਪਕੜ ਚਲਾਏ ਨ ਦੂਤ ਜਮ, ਕਿਸੇ ਨਾ ਦੇਨੀ ਭੇਤਾ। ਭਾਵੇਂ ਕਿੰਨਾ ਵੀ ਕੁਛ ਇਕੱਠਾ ਕਰ ਲੈ, ਇੱਕ ਦਿਨ ਦੂਤਾਂ ਨੇ ਅੱਗੇ ਲਾ ਕਰਕੇ ਤੁਰ ਪੈਣਾ ਹੈ, ਤੇ ਕੋਈ ਭੇਤ ਨਹੀਂ ਮਿਲਣਾ ਕਿੱਥੇ ਹੈ, ਕਿੱਥੇ ਲੈ ਕੇ ਜਾਣਾ ਹੈ। ਜਿਹੋ ਜਿਹੇ ਤੇਰੇ ਕਰਮ ਉਹੋ ਜਿਹਾ ਤੈਨੂੰ ਫਲ ਪ੍ਰਾਪਤ ਹੋਏਗਾ। ਛੱਡ ਖੜੋ ਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤਾ। ਜਿਨ੍ਹਾਂ ਦੇ ਨਾਲ ਬੜਾ ਸਨੇਹ ਸੀਗਾ, ਛੱਡ ਕੇ ਪਰਾਂ ਹੋ ਕੇ ਖਲੋ ਗਏ। ਕੋਈ ਕੁਛ ਨਹੀਂ ਕਰ ਸਕਦਾ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਗਰੀਬ ਹੈ, ਕੋਈ ਕਿਸੇ ਨੂੰ ਰੱਖ ਨਹੀਂ ਸਕਦਾ। ਜਦੋਂ ਅੰਤ ਵੇਲਾ ਆ ਗਿਆ, ਹਾਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤਾ। ਅਖੀਰ ਵਾਲੇ ਸਮੇਂ ਤੜਪੇਗਾ। ਜਿਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕੀਤਾ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ। ਉਸ ਵੇਲੇ ਨਾ, ਅਖੀਰਲੇ ਵੇਲੇ ਕਿਸੇ ਨੇ ਸਾਥ ਨਹੀਂ ਦੇਣਾ, ਕੋਈ ਸਾਥ ਦੇ ਨਹੀਂ ਸਕਦਾ। ਜਿਹੜਾ ਰੰਗ ਤੇਰਾ ਲਾਲ ਹੈ ਨਾ, ਬੜਾ ਸੁਰਖ ਸੋਹਣਾ ਸ਼ਿੰਗਾਰਦਾ ਹੈ, ਇਹ ਚਿੱਟਾ ਹੋ ਜਾਏਗਾ, ਫਿੱਕਾ ਪੈ ਜਾਏਗਾ। ਤੇ ਸਤਿਗੁਰਾਂ ਨੇ ਬਚਨ ਕੀਤਾ, ਹੱਥ ਮਰੋੜੇ ਤਨ ਕਪੇ, ਸਿਆਹ ਹੁਆ ਸੇਤ। ਅਗਲਾ ਵਚਨ, ਜੇਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜਿਹੋ ਜਿਹਾ ਤੂੰ ਕਰਮ ਕੀਤਾ ਹੈ, ਜੀਵਨ ਨਿਭਾਇਆ ਹੈ, ਜਿਸ ਤਰ੍ਹਾਂ ਦੇ ਕਰਮ ਕਰ ਰਿਹਾ ਹੈ, ਇਹੋ ਜਿਹਾ ਇੱਕ ਦਿਨ ਤੈਨੂੰ ਫਲ ਵੀ ਵੱਢਣਾ ਪਏਗਾ। ਫਲ ਤੂੰ ਭੋਗੇਗਾ। ਜੇ ਅੱਜ ਚੰਗਾ ਕਰਦਾ ਹੈ, ਉਹਦਾ ਚੰਗਾ ਨਤੀਜਾ ਹੋਏਗਾ, ਤੇ ਜੇ ਪਾਪ ਕੀਤੇ ਹਨ ਤੇ ਇਹਦਾ ਵੀ ਹਿਸਾਬ ਤੈਨੂੰ ਦੇਣਾ ਹੀ ਪਏਗਾ। ਇਹ ਮਤਾ ਸਮਝ ਕਰਕੇ ਮੈਂ ਬੜਾ ਚਤੁਰ ਹਾਂ, ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਿਆ ਹੈ। ਮਾਲਕ ਸਾਰਾ ਕੁਝ ਜਾਣਦਾ ਹੈ। ਤੇ ਅਗਲਾ ਬਚਨ ਕਹਿਣ ਲੱਗੇ, ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਥ ਪ੍ਰਭ ਦੇਤਾ। ਨਾਨਕ ਨੂੰ, ਦਾਸ ਨੂੰ, ਹੇ ਮਾਲਕ ਪਰਮਾਤਮਾ ਜੀ, ਤੁਹਾਡੇ ਹੀ ਚਰਨਾਂ ਦਾ ਆਸਰਾ ਹੈ। ਚਰਨ ਬੋਹਿਥ ਪ੍ਰਭ ਦੇਤ। ਤੁਹਾਡੇ ਜਿਹੜੇ ਚਰਨ ਇਹ ਜਹਾਜ਼ ਦੀ ਤਰ੍ਹਾਂ ਹਨ, ਜਿਹੜਾ ਚੜ ਗਿਆ ਉਹ ਪਾਰ ਹੋ ਗਿਆ। ਭਾਦੋਏ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਭਾਦਰੋਂ ਦੇ ਮਹੀਨਾ ਸਾਨੂੰ ਇਹ ਪ੍ਰੇਰਨਾ ਦਿੰਦਾ, ਹੇ ਸਿੱਖਾ, ਇੱਕ ਮਾਲਕ ਦੇ ਚਰਨਾਂ ਦੇ ਨਾਲ ਜੁੜ, ਵਹਿਮ ਭਰਮ ਛੱਡ, ਤੇ ਭਾਦੋਏ ਜਿਹੜਾ ਭਾਦਰੋਂ ਦੇ ਮਹੀਨੇ ਦੇ ਵਿੱਚ ਇਹ ਗੁਰੂ ਕਾ ਬਚਨ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਗਿਆ। ਭਾਦੋਏ ਨਰਕ ਨਾ ਪਾਈ ਹੈ, ਉਹ ਫਿਰ ਦੁੱਖ ਨਹੀਂ ਭੋਗਦਾ, ਨਰਕ ਦਾ ਵਾਸੀ ਨਹੀਂ ਬਣਦਾ। ਗੁਰ ਰੱਖਣ ਵਾਲਾ ਹੇਤ, ਗੁਰੂ ਉਹਦਾ ਪਿਆਰਾ ਮਿੱਤਰ ਬਣ ਜਾਂਦਾ ਹੈ, ਉਹਦਾ ਹਿਤਕਾਰੀ ਬਣ ਜਾਂਦਾ ਹੈ, ਉਹਨੂੰ ਰੱਖਦਾ ਹੈ। ਜਿਹੜਾ ਗੁਰੂ ਕੀ ਚਰਨਾਂ ਦੇ ਵਿੱਚ ਪੂਰਨ ਭਰੋਸਾ ਰੱਖ ਕੇ ਆ ਗਿਆ, ਸਤਿਗੁਰੂ ਜੀ ਮਿਹਰਬਾਨ ਹਨ, ਟੁੱਟ ਕੇ ਦਾਤ ਦਿੰਦੇ ਹਨ। ਕੱਲ੍ਹ 15 ਅਗਸਤ ਸੀਗਾ, ਤੇ ਬੇਅੰਤ ਸੰਗਤਾਂ ਨੇ, ਕਈਆਂ ਨੇ ਇੱਧਰ ਉੱਧਰ ਬੜੇ ਇਸ ਤਰ੍ਹਾਂ ਦੇ ਮੈਸੇਜ ਭੇਜੇ ਜਾਂ ਵਧਾਈਆਂ ਵੀ ਕਈ ਵਾਰੀ ਭੇਜੀਆਂ, ਤੇ ਦਾਸ ਦੇਖ ਕੇ ਬੜਾ ਹੈਰਾਨ ਹੋ ਰਿਹਾ ਸੀਗਾ। ਗੁਰਮੁਖੋ, ਅਸਲ ਦੇ 'ਚ ਜਦੋਂ ਇਹ ਦਿਨ ਆਉਂਦਾ ਹੈ ਨਾ, ਅਚਾਨਕ ਕਈਆਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਲੱਗਾ ਕਿ ਪੱਕੇ ਜਾ ਰਹੇ ਆ। ਉਹਨਾਂ ਨੂੰ ਤਾਂ 1947 ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਇੰਝ ਹੀ ਲੱਗਾ ਸੀਗਾ ਕਿ ਆ ਥੋੜ੍ਹਾ ਜਿਹਾ ਰੌਲਾ ਰੱਪਾ ਜਿਹਾ ਹੈ। ਆਂਡੀਆਂ ਗਵਾਂਢੀਆਂ ਨੂੰ ਕਹਿ ਕੇ ਆ ਗਏ ਸਨ ਕਿ ਭਾਈ ਸਾਡਾ ਸਮਾਨ ਘਰੇ ਪਿਆ ਹੈ,
ਚਾਬੀ ਦੇ ਕਰਕੇ ਆਏ ਸਨ ਕਿ ਆਣ ਕੇ ਅਸੀਂ ਕੁਝ ਦਿਨਾਂ ਬਾਅਦ ਫਿਰ ਆ ਜਾਵਾਂਗੇ, ਪਰ ਬਾਅਦ ਵਿੱਚ ਜਾਇਆ ਨਹੀਂ ਗਿਆ। ਕਈ ਤਾਂ ਰਸਤੇ ਦੇ ਵਿੱਚ ਹੀ ਮਾਰੇ ਗਏ, ਧਾਰਮਿਕ ਈਰਖਾ ਦੇ ਸ਼ਿਕਾਰ ਹੋ ਗਏ। ਤੇ ਕਈ, ਮੈਂ ਤਾਂ ਕਈ ਇਹੋ ਜਿਹੇ ਪਰਿਵਾਰਾਂ ਨੂੰ ਵੀ ਜਾਣਦਾ ਹਾਂ ਜਿਨ੍ਹਾਂ ਦੇ ਕਈ ਵਾਰੀ ਕੋਲ ਬੈਠੇ ਆ ਨਾ, ਉਹ ਦੱਸਦੇ ਹਨ ਕਿ ਰਸਤੇ ਦੇ ਵਿੱਚ ਹੀ ਸਾਡੇ ਬੱਚੇ ਦੀ, ਕਿਸੇ ਦੀ ਭੈਣ ਦੀ, ਕਿਸੇ ਦੀ ਮਾਂ ਦੀ ਰਸਤੇ ਦੇ ਵਿੱਚ ਹੀ ਡੈਥ ਹੋ ਗਈ ਤੇ ਸੰਸਕਾਰ ਵੀ ਨਹੀਂ ਕਰ ਸਕੇ। ਉਹਨਾਂ ਨੂੰ ਸੁੱਟ ਕੇ ਜੰਗਲ ਦੇ ਵਿੱਚ, ਕਈਆਂ ਨੇ ਥੋੜ੍ਹਾ ਬਾਲਾ ਇੱਧਰੋਂ ਲੱਕੜਾਂ ਇਕੱਠੀਆਂ ਕੀਤੀਆਂ, ਕਈਆਂ ਨੇ ਮਿੱਟੀ ਪੁੱਟ ਕੇ ਦੱਬ ਕੇ ਅੱਗੇ ਆ ਗਏ। ਔਰ ਬਹੁਤ ਕੁਛ ਛੱਡ ਕੇ ਨਾ ਚਾਹੁੰਦਿਆਂ ਹੋਇਆਂ ਇੱਕ ਵਾਰੀ ਬਹੁਤ ਵੱਡਾ ਉਜਾੜਾ ਪਿਆ ਹੈ, ਫਿਰ ਆ ਕਰਕੇ ਅਜੇ ਤੱਕ ਕਈਆਂ ਦੇ ਪੈਰ ਨਹੀਂ ਲੱਗੇ। ਇਸ ਕਰਕੇ ਔਰ ਇੱਕ ਬੇਨਤੀ ਹੋਰ ਹੈ, ਜਿਹੜਾ ਪੰਜਾਬ ਸੀਗਾ ਨਾ ਬਹੁਤ ਵੱਡਾ, ਇੱਧਰ ਤਿੱਬਤ ਤੇ ਜੰਮੂ ਕਸ਼ਮੀਰ ਤੇ ਦਿੱਲੀ ਤੋਂ ਅੱਗੇ ਗੜਗਾਉਂ ਤੱਕ ਜਾ ਕਰਕੇ ਪੰਜਾਬ ਏਡਾ ਵੱਡਾ ਸੀਗਾ। ਤੇ ਉਹਦੇ ਵਿੱਚੋਂ ਜਿਹੜਾ ਸਾਡਾ ਪੰਜਾਬ ਸੀਗਾ, ਸੋਹਣਾ ਪੰਜਾਬ, 5 ਦਰਿਆਵਾਂ ਦੀ ਧਰਤੀ, ਗੁਰੂ ਪੀਰਾਂ ਦੀ ਜਿਹੜੀ ਧਰਤੀ ਹੈ ਉਹਦੀ ਵੰਡ ਕੀਤੀ ਗਈ ਤੇ 54% ਜਿਹੜਾ ਹਿੱਸਾ ਹੈ, ਕਹਿਣ ਤੋਂ ਭਾਵ 54% ਜਿਹੜਾ ਪੰਜਾਬ ਹੈ ਉਹ ਪਾਕਿਸਤਾਨ ਦੇ ਵਿੱਚ ਰਹਿ ਗਿਆ ਤੇ 46% ਪੰਜਾਬ ਜਿਹੜਾ ਹੈ ਉਹ ਸਾਡੇ ਹਿੱਸੇ ਦੇ ਵਿੱਚ ਆਇਆ ਹੈ। ਤੇ ਉਹਦੇ ਵਿੱਚੋਂ ਵੀ ਹਰਿਆਣਾ ਵੱਖਰਾ ਕਰ ਦਿੱਤਾ ਗਿਆ, ਹਿਮਾਚਲ ਵੱਖਰਾ ਕਰ ਦਿੱਤਾ ਗਿਆ, ਜੰਮੂ ਕਸ਼ਮੀਰ ਅਲੱਗ ਕਰ ਦਿੱਤਾ ਗਿਆ ਤੇ ਪਿੱਛੇ ਜੇ ਚੰਡੀਗੜ੍ਹ ਵੀ ਕੱਢਣ ਤਕਰੀਬਨ ਕੱਢ ਦਿੱਤਾ ਗਿਆ ਹੈ। ਜਿਹੜਾ ਕੋਈ 46% ਸਾਡੇ ਕੋਲ ਬਚਿਆ ਹੋਇਆ ਸੀਗਾ, ਉਹਦੇ ਵੀ ਭਾਗ ਕਰ ਕਰਕੇ ਨਾ, ਜਿਸ ਤਰ੍ਹਾਂ ਇੱਕ ਸਰੀਰ ਹੋਵੇ, ਉਹਦੀਆਂ ਲੱਤਾਂ ਬਾਹਾਂ ਸਾਰੀਆਂ ਹੀ ਲਾ ਦਿੱਤੀਆਂ ਜਾਣ ਤੇ ਪਿੱਛੇ ਵਿੱਚ ਥੋੜ੍ਹਾ ਜਿਹਾ ਧੜ ਬਚ ਜਾਵੇ, ਉਹਨਾਂ ਕੋਲ ਪੰਜਾਬ ਹੀ ਰਹਿ ਗਿਆ ਹੈ, ਨਾਂ ਦਾ ਹੀ ਪੰਜਾਬ ਰਹਿ ਗਿਆ। ਇੱਕ ਦੇਸ਼ ਸੀਗਾ ਇੱਕ ਬਹੁਤ ਵੱਡਾ, ਮਹਾਰਾਜਾ ਰਣਜੀਤ ਸਿੰਘ ਦਾ ਇੱਕ ਰਾਜ ਭਾਗ ਸੀਗਾ, ਬੜਾ ਖੁਸ਼ਹਾਲ ਤੇ ਸੋਹਣਾ, ਜਿਹਨੂੰ ਸਾਜ਼ਿਸ਼ਾਂ ਦੇ ਤਹਿਤ ਕੀ ਹਾਲ ਕਰ ਦਿੱਤਾ ਗਿਆ, ਕੀ ਬਣਾ ਦਿੱਤਾ ਗਿਆ ਹੈ, ਇਹ ਤਕਰੀਬਨ ਤੁਸੀਂ ਸਾਰੇ ਜਾਣਦੇ ਹੋ। ਸੋਹਣਾ ਪੰਜਾਬ ਸੀਗਾ ਜਿਹੜਾ ਅੱਜ ਬੜੀ ਨਾਜ਼ੁਕ ਹਾਲਤ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ ਕਿ ਬੜੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਜੇ ਤੱਕ ਕਿਹਾ ਗਿਆ ਆਜ਼ਾਦੀ ਮਿਲ ਗਈ, ਪਰ ਬੜਾ ਕੁਛ ਪ੍ਰਾਪਤ ਜਿਹੜਾ ਉਹ ਸਾਨੂੰ ਨਹੀਂ ਹੋਇਆ। ਅਜੇ ਵੀ ਸਿੱਖ ਜਿਹੜਾ ਧਰਮ ਉਹ ਵੱਖਰਾ ਕਰਕੇ ਨਹੀਂ ਲਿਖਿਆ ਗਿਆ। ਅਜੇ ਵੀ ਜਿਹੜੇ ਉਹ ਸਾਡੇ ਪਾਣੀਆਂ ਦੇ ਹੱਕ ਸਾਨੂੰ ਨਹੀਂ ਮਿਲੇ ਹਨ। ਅਜੇ ਵੀ ਜਿਹੜਾ ਆਨੰਦ ਮੈਰਿਜ ਐਕਟ ਹੈ ਉਹ ਸਾਡੇ ਲਾਗੂ ਨਹੀਂ ਹੋਇਆ ਹੈ। ਅਜੇ ਵੀ ਸਾਨੂੰ ਕਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਪ੍ਰਾਪਤ ਨਹੀਂ ਹੋਈਆਂ, ਜਿਹਦੇ ਕਰਕੇ ਅਸੀਂ ਆਜ਼ਾਦ ਨਹੀਂ ਹੋਏ। ਅਜੇ ਵੀ ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਰਹਿਮਤਾਂ ਕਰਨ, ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ। ਆਓ ਸਾਰੀ ਸੰਗਤ ਭਾਵਨਾ ਸਹਿਤ ਕੁਝ ਕੁ ਸਮੇਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕਰਕੇ ਆਪਾਂ ਸਿਮਰਨ ਦੇ ਵਿੱਚ ਸਾਰੀ ਸੰਗਤ ਜੁੜਦੇ ਹਾਂ। ਕੁਝ ਕੁ ਸਮੇਂ ਵਾਸਤੇ ਸਾਰੀ ਸੰਗਤ ਇਕਾਗਰਤਾ ਸਹਿਤ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।